परकृत मूल मह तत् उपावा। अहंकार तन मातर बनावा। इंद्री एकादश परकारा। पंचभूत एह सर्ब पसारा। वाहिगुरु जी का खालसा, वाहिगुरु जी की फतेह। धन धन ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪ੍ਰਹਿਲਾਦ ਜੀ ਦੇ ਪਾਸ ਜਦੋਂ ਗਏ ਹਨ, ਸੋ ਭਾਈ ਬਾਲਾ ਜੀ ਦੇ ਬੇਨਤੀ ਕਰਨ ਤੇ ਪ੍ਰਹਿਲਾਦ ਜੀ ਨੇ ਆਪਣਾ ਸਾਰਾ ਜੀਵਨ ਬਿਰਤਾਂਤ, ਜਨਮ ਤੋਂ ਪਹਿਲਾਂ ਦੀ ਕਥਾ, ਜਨਮ ਤੋਂ ਬਾਅਦ ਇਸ ਪ੍ਰਕਾਰ ਹਰਨਾਕਸ਼ ਨੇ ਅਤਿਆਚਾਰ ਕੀਤੇ, ਮਾਰਨ ਦਾ ਯਤਨ ਕੀਤਾ, ਪਰ ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ਼ ਦੁਸ਼ਟ ਹਾਰ ਮਾਰਿਆ, ਪ੍ਰਹਿਲਾਦ ਤਰਾਇਆ। ਗੁਰੂ ਸਾਹਿਬ ਨੇ ਮਿਹਰ ਕੀਤੀ ਹੈ। ਵਾਹਿਗੁਰੂ ਪਰਮਾਤਮਾ ਸਦਾ ਹੀ ਭਗਤਾਂ ਦਾ ਰੱਖਿਅਕ ਹੈ। ਸੋ ਪ੍ਰਹਿਲਾਦ ਜੀ ਨੂੰ ਨਾਲ ਦੇ ਸਾਥੀ ਕੁਛ ਵੱਡੀ ਉਮਰ ਦੇ, ਕੁਛ ਛੋਟੀ ਉਮਰ ਦੇ ਪੁੱਛਦੇ ਨੇ, ਤੁਸੀਂ ਹਮੇਸ਼ਾ ਸਾਡੇ ਨਾਲ ਹੀ ਪੜ੍ਹੇ ਹੋ, ਕਦੇ ਕਿਤੇ ਗਏ ਵੀ ਨਹੀਂ ਹੋ, ਕੋਈ ਤੁਹਾਡੇ ਕੋਲ ਆਇਆ ਵੀ ਨਹੀਂ ਹੈ, ਫਿਰ ਤੁਹਾਨੂੰ ਇਹ ਇੰਨਾ ਗਿਆਨ ਕਿੱਥੋਂ ਹੋ ਗਿਆ? ਪ੍ਰਹਿਲਾਦ ਜੀ ਨੇ ਸੁਣਾਇਆ ਕਿ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਅਨੁਸਾਰ ਹਰਨਾਕਸ਼ ਨੂੰ ਮਾਰਨ ਲਈ ਇਹੀ ਵਿਉਂਤ ਘੜੀ ਗਈ ਸੀ। ਪਰਮੇਸ਼ਰ ਦੇ ਪਿਆਰਿਆਂ ਨੂੰ ਜਦੋਂ ਕੋਈ ਪਰੇਸ਼ਾਨ ਕਰੇ ਤਾਂ ਪਰਮੇਸ਼ਰ ਦੁਸ਼ਟਾਂ ਦਾ ਨਾਸ਼ ਕਰਦਾ। ਇਸ ਕਰਕੇ ਹਰਨਾਕਸ਼ ਦੇ ਘਰੇ ਮਾਤਾ ਦੇ ਉਦਰ ਵਿੱਚ ਮੈਂ ਸੀ, ਕਿਉਂਕਿ ਹਰਨਾਕਸ਼ ਤਪੱਸਿਆ ਕਰਨ ਵਾਸਤੇ ਜੰਗਲਾਂ ਨੂੰ ਗਿਆ ਸੀ। ਉਸ ਵਕਤ ਪਕੜ ਕਰਕੇ ਦੈਂਤਾਂ ਦਾ ਨਾਸ਼ ਕੀਤਾ ਇੰਦਰ ਹੁਣਾਂ ਨੇ, ਪਰ ਮਾਤਾ ਮੇਰੀ ਨੂੰ ਕੈਦ ਕਰਕੇ ਲੈ ਗਏ। ਸੋ ਜਦੋਂ ਮਾਤਾ ਨੂੰ ਕੈਦ ਕੀਤਾ, ਨਾਰਦ ਮੁਨੀ ਰਸਤੇ ਵਿੱਚ ਮਿਲ ਗਿਆ। ਸੋ ਉਹਨੇ ਉਸ ਵਕਤ ਬਚਨ ਕੀਤਾ ਕਿ ਇਸ ਨੂੰ ਤੁਸੀਂ ਨਹੀਂ ਮਾਰ ਸਕਦੇ, ਬੱਚੇ ਨੂੰ, ਕਿਉਂਕਿ ਬਹੁਤ ਉੱਚਾ ਮਹਾਂਪੁਰਖ ਬ੍ਰਹਮ ਗਿਆਨੀ ਆ ਰਿਹਾ। ਉਸ ਵਕਤ ਨਾਰਦ ਮੁਨੀ ਜੀ ਆਪਣੇ ਸਥਾਨ ਤੇ ਲੈ ਗਏ। ਉੱਥੇ ਜਾ ਕੇ ਉਸ ਪ੍ਰਹਿਲਾਦ ਦੀ ਮਾਤਾ ਨੂੰ ਬੜੇ ਸਾਰੇ ਧਾਰਮਿਕ ਗ੍ਰੰਥ ਸੁਣਾਏ, ਜਿੱਥੋਂ ਪ੍ਰਹਿਲਾਦ ਜੀ ਨੇ ਜਨਮ ਲੈਣ ਤੋਂ ਪਹਿਲਾਂ ਹੀ ਬ੍ਰਹਮ ਗਿਆਨ ਦੀ ਪ੍ਰਾਪਤੀ ਕੀਤੀ, ਬਹੁਤ ਉੱਚੀ ਅਵਸਥਾ ਦੇ ਮਾਲਕ ਬਣੇ ਜਨਮ ਤੋਂ ਪਹਿਲਾਂ। ਇਹ ਪ੍ਰਹਿਲਾਦ ਜੀ ਨੇ ਆਪਣੇ ਸੰਗੀਆਂ ਸਾਥੀਆਂ ਨੂੰ ਸੁਣਾਇਆ ਕਿ ਮੈਂ ਜਨਮ ਤੋਂ ਪਹਿਲਾਂ ਹੀ ਇਤਨਾ ਗਿਆਨ ਪ੍ਰਾਪਤ ਕਰ ਚੁੱਕਿਆ ਸੀ। ਸੋ ਕੱਲ੍ਹ ਉਹਨਾਂ ਨੇ ਕਾਫੀ ਡੂੰਘੇ ਵਿਚਾਰ ਆਪਦੇ ਸਾਥੀਆਂ ਨੂੰ ਦੱਸੇ ਸਨ। ਸੋ ਇਹ ਜੋ ਸਾਡੇ ਅੰਦਰ ਆਤਮਾ ਹੈ, ਸਾਰੇ ਸਰੀਰਾਂ ਦਾ ਆਸਰਾ, ਇਹ ਆਤਮਾ ਸਤ ਚਿੱਤ ਆਨੰਦ ਸਰੂਪ ਹੁੰਦੀ ਹੈ। ਉਹ ਅਸਲ ਵਿੱਚ ਆਪਣਾ ਸਰੂਪ ਹੈ। ਬਾਹਰਲਾ ਸਰੀਰ ਸਰੀਰ ਹੀ ਹੈ, ਅੰਦਰਲਾ ਸਰੂਪ ਵੱਖਰੀ ਚੀਜ਼ ਹੈ। ਦੁਨੀਆ ਦੇ ਜਿੰਨੇ ਪਦਾਰਥ ਨੇ ਨਾਸ ਹੋ ਜਾਂਦੇ ਨੇ। ਮੈਂ ਅਤੇ ਮੇਰੀ ਦਾ ਤਿਆਗ ਕਰਨਾ ਚਾਹੀਦਾ। ਸੋ ਇਸ ਤਰ੍ਹਾਂ ਇੱਥੋਂ ਤੱਕ ਇਹ ਪ੍ਰਸੰਗ ਸਰਵਣ ਕੀਤਾ ਸੀ। ਸਰਵਣ ਕਰਦੇ ਹਾਂ ਅੱਗੇ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਦਾ ਸਦਕਾ
ਸੋ ਜਿਸ ਪ੍ਰਕਾਰ ਇਹ ਸਰੀਰ ਕਿਸ ਪ੍ਰਕਾਰ ਬਣਦਾ ਹੈ, ਇਹਦੀ ਬਣਤਰ ਕਿਵੇਂ ਹੁੰਦੀ ਹੈ, ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ। ਆਓ ਪ੍ਰਹਿਲਾਦ ਜੀ ਸੁਣਾਉਣਗੇ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਦੀ ਕਿਰਪਾ ਨਾਲ ਸ਼ਰਵਣ ਕਰਦੇ ਹਾਂ। ਰਸਨਾ ਨੂੰ ਕਰੀਏ ਪਵਿੱਤਰ, ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪ੍ਰਕ੍ਰਿਤ ਮੂਲ ਮਹੱਤਤ ਉਪਾਵਾ, ਹੰਕਾਰ ਤਨ ਮਾਤਰ ਬਨਾਵਾ। ਸੋ ਇਹ ਇਸ ਤਰ੍ਹਾਂ ਦਾ ਵਿਚਾਰ ਹੈ ਕਿ ਸਾਰਿਆਂ ਦਾ ਮੂਲ ਜੋ ਹੈ ਉਹ ਪ੍ਰਕਿਰਤੀ ਹੈ। ਪ੍ਰਕਿਰਤੀ ਤੋਂ ਭਾਵ ਕੁਦਰਤ। ਸੋ ਜਿਵੇਂ ਦਸਵੇਂ ਪਾਤਸ਼ਾਹ ਮਹਾਰਾਜ ਨੇ ਫਰਮਾਇਆ ਕਿ ਅਕਾਲ ਪੁਰਖ ਹੈ ਪਿਤਾ ਹਮਾਰਾ, ਦੈਵ ਕਾਲ ਕਾ ਮਾਤ ਹਮਾਰੀ। ਉੱਥੇ ਮਹਾਰਾਜ ਨੇ ਪ੍ਰਕਿਰਤੀ ਨੂੰ ਹੀ ਕਿਹਾ, ਜੋ ਕੁਦਰਤ ਹੈ ਦੂਈ ਕੁਦਰਤ ਸਾਜੀ ਹੈ, ਘਰ ਆਸਣ ਡਿਠੋ ਚਾਓ। ਸਾਰਿਆਂ ਤੋਂ ਮੂਲ ਵਿੱਚ ਸਾਡੀ ਪ੍ਰਕਿਰਤੀ ਪਹਿਲਾਂ, ਉਹ ਤੋਂ ਮਹਿ ਤੱਤਵ ਬਣਿਆ। ਮੂਲ ਪ੍ਰਕਿਰਤੀ ਦੀ ਗਿਣਤੀ ਜੋ ਇੱਕ ਹੈ, ਮਹਿ ਤੱਤਵ ਇੱਕ ਹੈ ਤੇ ਹੰਕਾਰ ਇੱਕ ਹੈ। ਇਹਨਾਂ ਦੀ ਇੱਕ ਇੱਕ ਗਿਣਤੀ ਹੈ। ਸੋ ਇਸ ਤਰ੍ਹਾਂ ਮੂਲ ਪ੍ਰਕਿਰਤੀ ਤੋਂ ਮਹਿ ਤੱਤਵ ਬਣਿਆ, ਉਹ ਤੋਂ ਹੰਕਾਰ ਬਣਿਆ, ਹੰਕਾਰ ਤੋਂ ਪੰਜ ਤਨ ਮਾਤਰਾ ਬਣੇ, ਸ਼ਬਦ ਸਪਰਸ ਰਸ ਰੂਪ ਗੰਧ। ਤਨ ਮਾਤਰਾ ਪੰਜ ਨੇ। ਇਹਨੂੰ ਵਿਸ਼ੇ ਵੀ ਕਹਿੰਦੇ ਨੇ, ਪੰਜ ਵਿਸ਼ੇ, ਅਤੇ ਇਹਨਾਂ ਨੂੰ ਤਨ ਮਾਤਰਾ ਵੀ ਕਹਿੰਦੇ ਨੇ, ਸ਼ਬਦ ਸਪਰਸ ਰਸ ਰੂਪ ਗੰਧ। ਪੰਜ ਤਨ ਮਾਤਰਾ ਤੋਂ ਪੰਜ ਭੂਤ। ਪੰਜ ਭੂਤ ਤੋਂ ਮਤਲਬ ਕਿ ਪੰਜ ਤੱਤ, ਆਕਾਸ਼, ਹਵਾ, ਅਗਨੀ, ਧਰਤੀ, ਪਾਣੀ। ਇਹਨਾਂ ਦੀ ਬਣਤਰ ਇਸ ਤਰ੍ਹਾਂ ਬਣਦੀ ਹੈ। ਫਿਰ ਸ਼ਰਵਣ ਕਰੀਏ, ਜਦੋਂ ਇਹਨੇ ਪਿੱਛੇ ਨੂੰ ਮੁੜਨਾ ਹੈ, ਦੁਨੀਆ 'ਚ ਸਮਾਪਤੀ ਹੁੰਦੀ ਦੁਨੀਆ ਦੀ, ਤਾਂ ਇਹਨਾਂ ਤੋਂ 11 ਇੰਦਰੀਆਂ, ਅੱਗੇ ਪੰਜਾਂ ਤੱਤਾਂ ਤੋਂ 5 ਗਿਆਨ ਇੰਦਰੇ, 5 ਕਰਮ ਇੰਦਰੇ, 11ਵਾਂ ਮਨ। ਇਹ ਸਾਰੇ 24 ਨੇ ਤੇ 25ਵਾਂ ਪੁਰਖ। ਇਹਨਾਂ ਦੇ ਵਿੱਚ ਕੁੱਲ 25 ਪ੍ਰਕਿਰਤੀਆਂ ਦਾ ਆਪਣਾ ਸਰੀਰ ਬਣਿਆ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ। ਸੋ ਜਿਸ ਤਰ੍ਹਾਂ ਇਹ ਮੂਲ ਪ੍ਰਕਿਰਤੀ ਹੁੰਦੀ ਇੱਕ, ਇਹ ਜਦੋਂ ਪਿੱਛੇ ਨੂੰ ਬੈਕ ਕਾਊਂਟਿੰਗ ਹੋਣੀ, ਦੁਨੀਆ ਦੀ ਸਮਾਪਤੀ ਹੋਣੀ ਹੈ, ਤਾਂ ਇਸ ਤਰ੍ਹਾਂ ਹੋਊਗੀ। ਬਣਨ ਵੇਲੇ ਹੁੰਦਾ ਸ਼ੁਰੂ ਤੋਂ ਮੂਲ ਪ੍ਰਕਿਰਤੀ ਇੱਕ, ਮਹਿ ਤੱਤਵ ਇੱਕ, ਹੰਕਾਰ ਇਹ ਗਿਣਤੀ ਹੈ ਇੱਕ, ਸਰੀਰ ਦੀਆਂ ਮਾਤਰਾ 5, ਮਹਾ 5 ਤੱਤ 5, ਇੰਦਰੀਆਂ 11। ਇਸ ਪ੍ਰਕਾਰ ਇਹਨਾਂ ਦੀ ਗਿਣਤੀ 25 ਬਣਦੀ ਕੁੱਲ। ਜਦੋਂ ਦੁਨੀਆ 'ਚ ਪਰਲੋਂ ਹੁੰਦੀ ਹੈ, ਮਹਾਂਪਰਲੋਂ, ਜਦੋਂ ਕੁੱਲ ਸ੍ਰਿਸ਼ਟੀ ਸਮਾਪਤ ਹੋਣੀ ਆ, ਇਹ ਪਿੱਛੇ ਨੂੰ ਮੁੜਨੇ ਸ਼ੁਰੂ ਹੋਣਗੇ। 11 ਇੰਦਰੀਆਂ ਚਲੀਆਂ ਜਾਣਗੀਆਂ ਪੰਜਾਂ ਤੱਤਾਂ ਵਿੱਚ, 5 ਤੱਤ 5 ਤਨ ਮਾਤਰਾ ਵਿੱਚ, ਉਹ ਚਲਿਆ ਜਾਊਗਾ ਹੰਕਾਰ ਵਿੱਚ, ਉਹ ਚਲਿਆ ਜਾਊ ਮਹਿ ਤੱਤਵ ਵਿੱਚ, ਉਹ ਚਲਿਆ ਜਾਊ ਪ੍ਰਕਿਰਤੀ ਵਿੱਚ, ਤੇ ਪ੍ਰਕਿਰਤੀ ਪਰਮੇਸ਼ਰ ਵਿੱਚ ਤਿਲਜਿੰਨੀ ਹੋ ਕੇ ਸਮਾ ਜਾਂਦੀ ਹੈ, ਕੁਦਰਤ ਜਿਹੜੀ ਹੈ। ਇਸ ਤਰ੍ਹਾਂ ਆਪਣੇ ਸਾਰੇ ਸੰਸਾਰ ਦੇ ਅੰਦਰ ਪ੍ਰਹਿਲਾਦ ਜੀ ਕਹਿੰਦੇ ਜੀਵਾਂ ਦਾ ਸੰਸਾਰ ਦੇ ਅੰਦਰ ਸਰੀਰ ਬਣਦਾ ਹੈ। ਇਹ ਜਿਹੜੀ ਸਾਰੀ ਗਿਣਤੀ ਹੈ, ਇਹ ਪ੍ਰਹਿਲਾਦ ਜੀ ਉਹਨਾਂ ਸਾਰਿਆਂ ਸਾਥੀਆਂ ਨੂੰ ਸਮਝਾ ਰਹੇ ਹਨ। ਇੰਦਰੀ ਏਕਾਦਸ਼ ਪ੍ਰਕਾਰਾ, 11 ਤਰ੍ਹਾਂ ਦੀਆਂ ਸਰੀਰ ਦੀਆਂ ਇੰਦਰੀਆਂ ਦੱਸ ਚੁੱਕੇ ਹਾਂ। ਕਿਸ ਪ੍ਰਕਾਰ 5 ਗਿਆਨ ਇੰਦਰੀਆਂ, 5 ਕਰਮ ਇੰਦਰੇ ਆਦਿਕ। ਪੰਚ ਭੂਤ ਇਹ ਸਰਬ ਪਸਾਰਾ, ਇਹ ਸਾਰਾ ਜਿੰਨਾ ਪਸਾਰਾ ਆਪਾਂ ਨੂੰ ਨਜ਼ਰ ਆਉਂਦਾ ਹੈ, ਇਹ ਪੰਜਾਂ ਤੱਤਾਂ ਤੋਂ ਬਣਿਆ ਹੋਇਆ ਹੈ। ਪੁਰਖ ਏਕ ਸਭ ਥਾਨ ਪਛਾਨੋ, ਇਹ ਜਿਹੜਾ ਪੁਰਖ ਹੈ ਨਾ,
ਜੋ ਪਿੱਛੇ ਕਹਿ ਕੇ ਆਏ ਸੀ, ਕਿਉਂਕਿ ਕੱਲ੍ਹ ਦੀ ਲੜੀ ਜੇ ਜੋੜੀਏ ਉਹਦੇ ਵਿੱਚ ਦੱਸਿਆ ਸੀ ਪਿੱਛੋਂ ਲੈ ਕੇ ਆਤਮ ਇਨ ਤੇ ਰਹੀ ਨਿਆਰੋ, ਆਤਮਾ ਇਹਨਾਂ ਸਾਰੀਆਂ ਚੀਜ਼ਾਂ ਤੋਂ ਨਿਆਰਾ ਰਹਿੰਦਾ ਹੈ। ਕਿਹੜੀ ਕਿਹੜੀ ਚੀਜ਼ ਤੋਂ ਪੁੱਛੇ, ਕਾਫੀ ਲੰਬਾ ਪ੍ਰਸੰਗ ਸੀ, 6 ਵਿਕਾਰਾਂ ਤੋਂ। ਸੋ ਇਸ ਤਰ੍ਹਾਂ ਸਾਰੇ ਸਰੀਰਾਂ ਵਿੱਚ 6 ਵਿਕਾਰ ਹੁੰਦੇ ਨੇ, ਜਨਮ, ਜੰਮਣਾ, ਇਸੇ ਪ੍ਰਕਾਰ ਫਿਰ ਜਿਹੜਾ ਸਥਿਤੀ ਹੋਣੀ ਸਾਡੇ ਸਰੀਰ ਦੀ, ਇਸੇ ਤਰ੍ਹਾਂ ਹੀ ਫਿਰ ਬਿਰਧ ਅਵਸਥਾ ਆਉਣੀ, ਤਾਂ ਇਸੇ ਪ੍ਰਕਾਰ ਹੀ ਬਦਲ ਜਾਣਾ, ਫਿਰ ਨਾਸ ਹੋਣਾ, ਫਿਰ ਮਰਨਾ। ਇਹ 6 ਵਿਕਾਰ ਆਤਮਾ ਵਿੱਚ ਨਹੀਂ ਹਨ। ਆਤਮਾ ਇਹਨਾਂ ਤੋਂ ਨਿਆਰਾ ਰਹਿੰਦਾ ਹੈ, ਜਿਵੇਂ ਪਾਣੀ ਵਿੱਚ ਕਮਲ ਦਾ ਫੁੱਲ ਨਿਆਰਾ ਰਹਿੰਦਾ ਹੈ। ਇਹ ਆਤਮਾ ਜਿਹੜੀ ਹੈ ਸਰਬ ਵਿਆਪਕ ਹੈ, ਜਿਵੇਂ ਸੂਰਜ ਦੀ ਧੁੱਪ ਸਰਬ ਵਿਆਪਕ ਹੈ। ਸੋਲਰ ਸਿਸਟਮ ਲੱਗਿਆ, ਘਰਾਂ ਦੇ ਬਾਹਰ ਲਾਈਟਾਂ ਜਿਹੀਆਂ ਲੱਗੀਆਂ ਹੁੰਦੀਆਂ ਨੇ, ਸੂਰਜ ਦੀ ਧੁੱਪ ਸਾਰਿਆਂ ਉੱਤੇ ਦਿਨੇ ਪੈਂਦੀ ਹੈ, ਰਾਤ ਨੂੰ ਉਹ ਬੱਲਬ ਆਪੇ ਜਗ ਪੈਂਦੇ ਨੇ। ਇਹ ਆਤਮਾ ਜਾਣ ਲਓ, ਇਸ ਤਰ੍ਹਾਂ ਆਤਮਾ ਹੈ ਸਾਡੀ। ਪਰਮਾਤਮਾ ਦੀ ਲਾਈਟ ਜਿਹੜੀ ਆ ਸਾਰੇ ਵਿਆਪਕ ਹੈ, ਪਰ ਸਾਡੇ ਅੰਦਰ ਆਤਮਾ ਸੋਲਰ ਸਿਸਟਮ ਵਾਂਗੂ ਸਮਾਈ ਹੋਈ ਸਾਡੇ ਸਰੀਰ ਨੂੰ ਚਲਾਉਂਦੀ ਹੈ। ਸਾਰੇ ਸਰੀਰਾਂ ਦਾ ਜੋ ਆਸਰਾ ਹੈ, ਸਰਬ ਸਰੀਰਨ ਆਸ਼ਰਿਆ ਜੋ ਸਤ ਸਦੀਵ ਆਨੰਦ ਅਨੂਪਾ, ਸੋ ਤੁਮ ਜਾਣੋ ਆਪਨ ਸਰੂਪਾ। ਉਹ ਜਿਹੜਾ ਆਪਣਾ ਸਰੂਪ ਹੈ ਸਾਰਿਆਂ ਦਾ, ਪੁਰਖ, ਪੁਰਖ ਏਕ ਸਭ ਥਾਨ ਪਛਾਨੋ, ਪਰਮਾਤਮਾ ਸਰਬ ਵਿਆਪਕ ਹੈ। ਇਸ ਤਰੀਕੇ ਨਾਲ ਦੱਸਦੇ ਹਨ। ਹੈ ਅਸੰਗ ਇਨ ਆਛਰੈ ਜਨ। ਆਸ਼ਰਿਆ ਤੋਂ ਭਾਵ ਆਸਰਾ ਹੈ। ਇਹਨਾਂ ਪਿੱਛੇ ਦੱਸੀਆਂ ਸਾਰੀਆਂ ਚੀਜ਼ਾਂ ਦਾ ਪੁਰਖ ਹੀ ਆਤਮਾ ਹੀ ਆਸਰਾ। ਪਰ ਇੱਕ ਚੀਜ਼ ਹੈ, ਉਹ ਇਹਨਾਂ ਤੋਂ ਅਸੰਗ ਰਹਿੰਦਾ ਹੈ। ਜੇ ਸੂਰਜ ਅਸਮਾਨ ਵਿੱਚ ਹੈ, ਸੂਰਜ ਨੂੰ ਕੋਈ ਲੱਗ ਲਬੇੜ ਨਹੀਂ ਹੈ। ਸੂਰਜ ਦੀ ਧੁੱਪ ਸਮੁੰਦਰ ਤੇ ਵੀ ਪਈ ਜਾਂਦੀ ਹੈ, ਇਹ ਧੁੱਪ ਗੰਦਗੀ ਤੇ ਵੀ ਪੈਂਦੀ ਹੈ, ਬਰਫ਼ ਤੇ ਵੀ ਪੈਂਦੀ ਹੈ, ਧਰਤੀ ਤੇ ਵੀ, ਜੰਗਲਾਂ ਤੇ ਵੀ, ਬੰਦਿਆਂ ਤੇ ਵੀ। ਸੋ ਇਹਦੇ ਨਾਲ ਆਪਣੀਆਂ ਬਹੁਤ ਸਾਰੀਆਂ ਚੀਜ਼ਾਂ ਵੀ ਚੱਲਦੀਆਂ ਨੇ। ਮਹਾਰਾਜ ਨੇ ਬਚਨ ਕੀਤਾ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ। ਸੂਰਜ ਆਪਣੀ ਥਾਂ ਤੇ ਅਟੰਕ, ਇੱਕ ਪਾਸੇ ਨਿਰਲੇਪ ਹੈ। ਸੱਚਖੰਡ ਵਸੈ ਨਿਰੰਕਾਰ। ਪਰਮਾਤਮਾ ਵੀ ਇਸੇ ਪ੍ਰਕਾਰ ਸੱਚਖੰਡ ਦੇ ਵਿੱਚ ਵਸਦੇ ਹੋਏ ਸਰਬ ਵਿਆਪਕ ਵੀ ਹਨ। ਜਿਵੇਂ ਸੂਰਜ ਇੱਕੋ ਹੀ ਥਾਂ ਖੜਾ ਹੈ, ਪਰ ਸੂਰਜ ਨੂੰ ਜਿੱਥੇ ਤੱਕ ਇਹਦੀ ਲੋ ਜਾਂਦੀ ਹੈ ਹਰੇਕ ਬੰਦਾ ਦੇਖ ਸਕਦਾ। ਸੂਰਜ ਦੀ ਧੁੱਪ ਦੇਖੋ ਸਾਰੇ ਅਸਮਾਨ ਵਿੱਚ, ਸੂਰਜ ਇੱਕ ਥਾਂ ਵੀ ਹੈ, ਸੂਰਜ ਸਾਰੇ ਥਾਵਾਂ ਤੇ ਵੀ। ਇੱਥੋਂ 1000 ਕਿਲੋਮੀਟਰ ਤੇ ਵੀ ਜਾ ਕੇ ਇਹਨੇ ਦਿਖ ਜਾਣਾ, 2000, 5000, 6000। ਇਸ ਤਰ੍ਹਾਂ ਸੂਰਜ ਜਿਵੇਂ ਹੈ ਪੁਰਖ, ਜੋ ਸਾਡਾ ਪਰਮਾਤਮਾ ਹੈ, ਜੋ ਆਤਮਾ ਹੈ, ਇਹ ਸਰਬ ਵਿਆਪਕ ਹੈ। ਇਹ ਅਸੰਗ ਹੈ, ਆਸਰਾ ਰੂਪ ਵੀ ਹੈ ਸਾਰਿਆਂ ਦਾ, ਰਹਿੰਦਾ ਨਿਰਲੇਪ ਹੈ। ਇਹਦਾ ਕੋਈ ਮਤਲਬ ਨਹੀਂ ਹੁੰਦਾ ਜਿਵੇਂ ਘੜੀਆਂ ਵਿੱਚ ਹੋਰ ਚੀਜ਼ਾਂ 'ਚ ਸੈੱਲ ਪੈਂਦਾ। ਸੈੱਲ ਦਾ ਕੋਈ ਮਤਲਬ, ਉਹਨੇ ਤਾਂ ਸਾਰੀ ਮਸ਼ੀਨਰੀ ਚਲਾਉਣੀ ਆ, ਸੈੱਲ ਨਹੀਂ ਘੁੰਮਦਾ। ਘੜੀ ਦੀਆਂ ਸੂਈਆਂ ਘੁੰਮ ਜਾਂਦੀਆਂ ਨੇ। ਸੈੱਲ ਤਾਂ ਇੱਕ ਸ਼ਕਤੀ ਹੈ, ਇਹ ਮਾਇਆਵੀ ਸ਼ਕਤੀ ਹੋਣ ਕਰਕੇ ਸੈੱਲ ਸਾਲ 2 ਸਾਲ ਕੱਢ ਜਾਂਦਾ, ਪਰ ਆਤਮਾ ਹਮੇਸ਼ਾ ਹੀ ਤਾਕਤਵਰ ਰਹਿੰਦੀ ਹੈ। ਆਤਮਾ ਕਿਸੇ ਵੀ ਸਰੀਰ ਵਿੱਚ ਸੈੱਲ ਵਾਂਗੂ ਲੱਗ ਜੇ। ਸੈੱਲ ਅੱਜ ਕੱਲ੍ਹ ਸਾਰੀਆਂ ਚੀਜ਼ਾਂ 'ਚ ਹੀ ਪੈਂਦੇ ਆ। 84 ਲੱਖ ਜੂਨ ਵਿੱਚ ਆਤਮਾ ਰੂਪੀ ਸੈੱਲ ਪੈਂਦਾ, ਜਿਹਦੇ 'ਚ ਵੀ ਫਿੱਟ ਹੋ ਗਿਆ ਉੱਥੇ ਹੀ ਕੰਮ ਚਲਾ ਦੇਣਾ ਇਹਨੇ, ਚਾਹੇ ਉਹ ਕੋਈ ਜੂਨ ਹੋਵੇ। ਇਸ ਤਰ੍ਹਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਪਹਿਚਾਨਣਾ ਹੈ। ਜਿਉ ਮਾਲਾ ਕੇ ਮਨ ਕਨ ਮਾਹੀ। ਜਿਸ ਪ੍ਰਕਾਰ ਮਾਲਾ ਦੇ ਜਿਹੜੇ ਮਣਕੇ ਹੁੰਦੇ ਉਹਨਾਂ ਦੇ ਵਿੱਚ ਏਕ ਸੂਤ ਸਭ ਹਿਨ ਮਹਿ ਆਹੀ। ਇਹ ਸਾਰਿਆਂ ਦੇ ਵਿੱਚ ਹੈ, ਨਿਰਲੇਪ ਵੀ ਹੈ ਅਤੇ ਆਸਰਾ ਰੂਪ ਵੀ ਹੈ। ਸੋ ਪੁਰਖ ਨੂੰ ਸਾਰੇ ਥਾਈਂ ਇੱਕ ਮੰਨਣਾ ਅਤੇ ਉਹਦਾ ਅਸੰਗ ਹੋਣਾ ਤੇ ਜਗਤ ਦਾ ਆਸਰਾ ਰੂਪ ਹੋਣਾ, ਇਹ ਹਿਸਾਬ ਕਿਤਾਬ ਇਸ ਪ੍ਰਕਾਰ ਹੈ।
ਇਹ ਸਾਰੇ ਵਿਆਪਕ ਇੱਕ ਪੁਰਖ ਨਹੀਂ ਮੰਨਿਆ, ਉਹਨੇ ਪੁਰਖ ਅਨੇਕਾਂ ਮੰਨੇ ਨੇ। ਸਤਿਗੁਰੂ ਜੀ ਦੇ ਮੱਤ ਵਿੱਚ ਪੁਰਖ ਸਾਰੇ ਵਿਆਪਕ ਹੈ, ਕਿਉਂਕਿ ਸ਼ਾਂਖ ਸ਼ਾਸਤਰ ਵਾਲਿਆਂ ਨੇ ਜਿਹੜੇ ਪੁਰਖ ਮੰਨੇ ਨੇ ਉਹ ਅਨੇਕਾਂ ਮੰਨੇ ਨੇ। ਪਰ ਜਿੱਥੇ ਸਤਿਗੁਰੂ ਕਹਿੰਦੇ ਏਕਾ ਪੁਰਖ ਸਬਾਈ ਨਾਰ, ਕਰਤਾ ਪੁਰਖ, ਅਕਾਲ ਪੁਰਖ, ਸੋ ਪੁਰਖ, ਸਤ ਪੁਰਖ, ਉਹਦੇ ਨਾਮ ਰੱਖੇ ਨੇ। ਉਹ ਜਿਹੜਾ ਪੁਰਖ ਅਕਾਲ ਪੁਰਖ ਹੈ ਉਹ ਸਰਬ ਵਿਆਪਕ ਹੈ। ਉਹ ਜਿੱਥੇ ਪੁਰਖ ਹੈ ਉੱਥੇ ਮਹਾਰਾਜ ਨੇ ਉਹਨੂੰ ਕਰਤਾ ਵੀ ਲਿਖਿਆ, ਕਰਤਾ ਪੁਰਖ। ਪਰ ਉਹ ਕਰਤਾ ਵੀ ਹੈ ਤੇ ਕਾਦਰ ਵੀ ਹੈ, ਫਿਰ ਅਸੰਗ ਵੀ ਹੈ। ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਬਾਕੀ ਨਾਈ ਪਾਕ। ਇਹ ਗਿਆਨ ਦਾ ਉਪਦੇਸ਼ ਪ੍ਰਹਿਲਾਦ ਜੀ ਆਪਣੇ ਸੰਗੀਆਂ ਨੂੰ ਦੇ ਰਹੇ ਹਨ। ਤੀਨ ਅਵਸਥਾ ਤਾਹੇ ਨ ਕੋਈ। ਉਸ ਪੁਰਖ ਦੀਆਂ 3 ਅਵਸਥਾ ਹਨ। 3 ਅਵਸਥਾ ਤਾਹੇ ਨ ਕੋਈ। ਅਹੈ ਤੁਰੇ ਸਾਖੀ ਹੈ ਸੋਈ। ਸੋ ਇਸ ਕਰਕੇ ਚੌਥੀ ਅਵਸਥਾ ਹੈ ਉੱਥੇ ਜਾ ਕੇ। 3 ਅਵਸਥਾ ਉਹ ਜਿਹੜੀਆਂ ਹਨ ਅੱਗੇ ਜਾ ਕੇ ਇਹਨਾਂ ਦਾ ਪੂਰਨ ਵਿਸਤਾਰ ਦੇਖਦੇ ਹਾਂ। ਐਸੋ ਜੇ ਨਿਜ ਲਖੋ ਸਰੂਪਾ। ਇਹੋ ਜਿਹਾ ਜਿਹੜਾ ਸਰੂਪ ਹੈ ਉਹਨਾਂ ਨੂੰ ਆਪਣਾ ਸਰੂਪ ਜਾਣਨਾ ਕਰੋ। ਪਾਵੋਗੇ ਤਬ ਆਨੰਦ ਅਨੂਪਾ। ਫਿਰ ਆਨੰਦ ਅਨੂਪ ਉਪਮਾ ਤੋਂ ਰਹਿਤ ਪ੍ਰਾਪਤ ਕਰੋਗੇ। 3 ਅਵਸਥਾ ਨੇ, ਜਾਗਰਤ, ਸੁਪਤ, ਸੁਪਨ ਤੇ ਸੁਖੋਪਤ। ਇਹਦੀ ਪੂਰਨ ਵਿਸਥਾਰ ਨਾਲ ਕਥਾ ਆਪਾਂ ਪਹਿਲੀ ਜਿਹੜੀ ਜਪਜੀ ਸਾਹਿਬ ਦੀ ਕੀਤੀ ਸੀ 12 ਸੀੜੀਆਂ ਵਿੱਚ, ਉੱਥੇ ਸ਼ਰਵਣ ਕਰ ਸਕਦੇ ਹਾਂ। ਫਿਰ 18 ਘੰਟੇ ਦੀ ਕਥਾ ਲਗਭਗ ਆਤਮਿਕ ਗਿਆਨ ਵਿੱਚ ਇਹ ਸਾਰੀ ਚੀਜ਼ ਆਉਂਦੀ ਹੈ। ਇਹ 3 ਅਵਸਥਾ ਨੇ, ਜਾਗਰਤ, ਜਾਗਰਤ ਦਾ ਅਭਿਮਾਨੀ, ਸੁਪਨ ਦਾ ਅਭਿਮਾਨੀ, ਸੁਖੋਪਤ ਦਾ ਅਭਿਮਾਨੀ। ਤਿੰਨਾਂ ਦਾ ਅਭਿਮਾਨੀ ਹੈ ਸਾਖੀ ਰੂਪ ਜੋ ਆਤਮਾ। ਹੁਣ ਆਪਾਂ ਇਹਨੂੰ ਖੁਲਾਸਾ ਕਰ ਦਿੰਦੇ ਹਾਂ। ਜਿਵੇਂ ਆਪਾਂ ਜਾਗਦੇ ਹੋਏ ਦੇਖਦੇ ਹਾਂ ਸਾਰੇ ਜਾਣੇ, ਆਪਾਂ ਕਹਿੰਦੇ ਮੇਰੀਆਂ ਅੱਖਾਂ ਖੁੱਲੀਆਂ, ਮੈਂ ਦੁਨੀਆ ਸਾਰੀ ਦੇਖ ਰਿਹਾ ਹਾਂ। ਇਹ ਜਿਹੜੀ ਦੇਖਣ ਵਾਲੀ ਅੰਦਰ ਸ਼ਕਤੀ ਆ ਆਪਣੇ ਅੰਦਰ, ਉਹ ਕਿਹੜੀ ਹੈ? ਆਪਾਂ ਤਾਂ ਦੇਖ ਨਹੀਂ ਰਹੇ। ਇੰਨੀ ਜ਼ਬਰਦਸਤ ਸ਼ਕਤੀ ਆ ਉਹ ਜਿਹੜੀ ਅੱਖਾਂ ਦੇ ਰਾਹੀਂ ਦੇਖਣ ਦਾ ਵਿਸ਼ਾ ਕਰਦੀ ਹੈ। ਜਦੋਂ ਰਾਤ ਨੂੰ ਸੌਂ ਗਿਆ ਤਾਂ ਸੁਪਨੇ ਵਿੱਚ ਵੀ ਦੇਖਿਆ। ਦਿਨੇ ਤਾਂ ਚਲੋ ਮੰਨਦੇ ਅੱਖਾਂ ਖੁੱਲੀਆਂ ਸੀ, ਪਰ ਸੁੱਤੇ ਹੋਏ ਦੀਆਂ ਤਾਂ ਅੱਖਾਂ ਬੰਦ ਸੀ। ਤੇ ਫਿਰ ਉਹ ਸੁਪਨਾ ਦੇਖਣ ਵਾਲੀਆਂ ਅੱਖਾਂ ਕਿਹੜੀਆਂ ਹੋਈਆਂ? ਫਿਰ ਅੱਖਾਂ ਤਾਂ ਬੰਦ ਸੀ। ਸੁਪਨਾ ਦੇਖਣ ਵਾਲੀਆਂ ਅੱਖਾਂ ਜਿਹੜੀਆਂ ਨੇ 2 ਚੀਜ਼ਾਂ ਹੋ ਗਈਆਂ। ਤੀਜੀ ਅਵਸਥਾ ਆਪਣੀ ਹੈਗੀ ਸੁਖੋਪਤ। ਜਦੋਂ ਆਪਾਂ ਸੌਂਦੇ ਹਾਂ, ਇੱਕ ਇਹੋ ਜਿਹਾ ਨੀਂਦ ਆਉਂਦੀ ਬਹੁਤ ਜ਼ਬਰਦਸਤ ਕਿ ਸੁੱਤਿਆਂ ਉੱਠੇ ਤਾਂ ਕਹਿੰਦੇ ਅੱਜ ਕੋਈ ਸੁਪਨਾ ਹੀ ਨਹੀਂ ਆਇਆ। ਇੰਨੀ ਗੂੜੀ ਨੀਂਦ ਵਿੱਚ ਸੌਂ ਕੇ ਫਿਰ ਕਹਿੰਦੇ ਸੁਪਨਾ ਨਹੀਂ ਆਇਆ। ਦੇਖੋ ਇੰਨੀ ਗੂੜੀ ਨੀਂਦ ਕਿ ਮੰਜਾ ਚੁੱਕ ਕੇ ਭਾਵੇਂ ਕਿਤੇ ਹੋਰ ਹੀ ਛੱਡਿਆ ਵੇ, ਇੰਨੀ ਗੂੜੀ ਨੀਂਦ ਹੁੰਦੀ ਉਦੋਂ। ਕੋਈ ਦਰਵਾਜ਼ੇ ਭੰਨ ਦੇਵੇ ਤਾਂ ਵੀ ਖੜਕਾ ਨਹੀਂ ਆਉਂਦਾ ਉਹਨੂੰ। ਬਹੁਤ ਘੂਕ ਨੀਂਦ ਹੁੰਦੀ ਕਈਆਂ ਦੀ, ਗੂੜੀ। ਪਰ ਉੱਠ ਕੇ ਇਹ ਗਿਆਨ ਕਿਵੇਂ ਰਹਿ ਗਿਆ ਵੀ ਮੈਨੂੰ ਅੱਜ ਸੁਪਨਾ ਨਹੀਂ ਆਇਆ। ਇੱਕ ਅੱਖਾਂ ਖੁੱਲੀਆਂ, ਇਹ ਬੰਦ ਹੋਈਆਂ। ਫਿਰ ਸੁਪਨੇ ਵਾਲੀਆਂ ਅੱਖਾਂ ਵੀ ਬੰਦ ਹੋਈਆਂ, 2 ਅੱਖਾਂ ਹੋ ਗਈਆਂ। ਤੀਜੀਆਂ ਅੱਖਾਂ ਉਹ ਜਿਹੜੀਆਂ ਤੀਜੀ ਅਵਸਥਾ ਨੂੰ ਦੇਖ ਰਹੀਆਂ ਨੇ ਕਿ ਅੱਜ ਮੈਨੂੰ ਸੁਪਨਾ ਵੀ ਨਹੀਂ ਆਇਆ। 3 ਅਵਸਥਾ ਤਾਹੇ ਨਾ ਕੋਈ। ਉੱਥੇ 3 ਇਹ ਅਵਸਥਾ ਨਹੀਂ ਹਨ। ਆਹ ਤੁਰੀ ਸਾਖੀ ਹਵੈ ਸੋਈ। ਇਹ ਤੁਰੀਆ ਅਵਸਥਾ ਸਾਖੀ ਰੂਪ ਆਤਮਾ ਹੀ ਅਸਲ ਵਿੱਚ ਦੇਖਦਾ। ਹੁਣ ਆਪਣੀਆਂ ਅੱਖਾਂ ਦੇ ਰਾਹੀਂ ਆਤਮਾ ਹੀ ਤਾਂ ਦੇਖਦਾ। ਖੱਬੀ ਅੱਖ ਵਿੱਚ ਆਪਣੇ ਆਤਮਾ ਦਾ ਵਾਸਾ, ਸੱਜੀ ਅੱਖ ਵਿੱਚ ਆਪਣੀ ਬੁੱਧੀ ਦਾ ਵਾਸਾ। ਆਪਾਂ ਹੁਣ ਦੇਖਦੇ ਹਾਂ ਤਾਂ ਆਤਮਾ ਦੇ ਆਸਰੇ, ਸੁਪਨਾ ਦੇਖਦੇ ਹਾਂ ਤਾਂ ਆਤਮਾ ਦੇ ਆਸਰੇ, ਸੁਖੋਪਤ ਅਵਸਥਾ ਦਾ ਗਿਆਨ ਵੀ ਆਤਮਾ ਦੇ ਆਸਰੇ। ਇਹਦਾ ਮਤਲਬ ਆਪਾਂ ਜਾਗਦੇ ਹੋਈਏ, ਸੁੱਤੇ ਹੋਈਏ, ਸੁਖੋਪਤ ਅਵਸਥਾ ਵਿੱਚ ਹੋਈਏ, 3 ਅਵਸਥਾ ਵਿੱਚ ਜਿਹੜਾ ਹਮੇਸ਼ਾ ਜਾਗਦਾ ਰਹਿੰਦਾ ਉਹਦਾ ਨਾਮ ਆਤਮਾ ਹੈ। ਆਤਮਾ ਕਦੇ ਸੌਂਦੀ ਨਹੀਂ। ਉਸ ਆਤਮਾ ਤੱਕ ਜੇ ਕੋਈ ਚਲਿਆ ਜਾਵੇ, ਬਾਣੀ ਦੇ ਅੰਦਰ ਆਤਮਾ ਦੇ ਬਾਰੇ ਬਹੁਤ ਜ਼ਿਕਰ ਕੀਤਾ ਮਹਾਰਾਜ ਨੇ। ਮਹਾਰਾਜ ਜੀ ਕਹਿੰਦੇ ਇਨ ਤਜ ਆਤਮੈ ਹੋਏ ਧਿਆਈ। ਸੋ ਠਾਕੁਰ ਗਾਈਐ ਆਤਮ ਰੰਗ। ਆਤਮ ਦੇ ਵਿੱਚ ਰਹਿ ਕੇ ਜਿਹੜਾ ਪਾਠ ਕਰਨਾ ਹੈ, ਆਤਮ ਦੇ ਵਿੱਚ ਰਹਿ ਕੇ ਜਿਹੜਾ ਸਿਮਰਨ ਕਰਨਾ ਹੈ, ਇਹਦੇ 'ਚ ਅਸਲ ਵਿੱਚ ਫਲ ਜ਼ਿਆਦਾ ਹੁੰਦਾ। ਆਸਤਿਕ ਭਾਵਨਾ ਨੂੰ ਲੈ ਕੇ ਕਿ ਪਰਮੇਸ਼ਰ ਹੈ,
ਸੋ ਜਦੋਂ ਆਪਾਂ ਆਪਣੇ ਮਨ ਨੂੰ ਟਿਕਾਉਣ ਦੇ ਮਗਰੀ ਭੱਜੇ ਰਹਿੰਦੇ ਆ, ਮਨ ਨੂੰ ਛੱਡੋ, ਆਪਣੇ ਆਪ ਨੂੰ ਆਤਮਾ ਜਾਣੋ। ਮੈਂ ਆਤਮਾ ਹਾਂ। ਆਤਮਾ ਸਦਾ ਜਾਗਰਤ ਹੈ। ਆਤਮਾ ਨਾਸ ਨਹੀਂ ਹੁੰਦੀ। ਆਤਮਾ 'ਚ ਵਿਕਾਰ ਨਹੀਂ ਹੁੰਦੇ। ਆਤਮਾ ਹਮੇਸ਼ਾ ਹੀ ਕਾਲ ਰਹਿੰਦੀ ਹੈ। ਸੋ ਮਹਾਰਾਜ ਨੇ ਆਸਾ ਦੀ ਵਾਰ ਦੇ ਵਿੱਚ, ਜਿਨ੍ਹਾਂ ਨੇ ਆਸਾ ਦੀ ਵਾਰ ਦੀ ਪਹਿਲੀ ਕਥਾ ਸੁਣੀ ਹੈ, ਉਹ 'ਚ ਦੱਸਿਆ ਤਾਂ ਹੋਇਆ, ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾਹੁ, ਜੁਗ ਜੁਗ ਫੇਰ ਵਟਾਈਆ ਹੈ, ਗਿਆਨੀ ਬੁੱਝੈ ਤਾਹੇ। ਮਹਾਰਾਜ ਕਹਿੰਦੇ ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾਹੁ। ਇਹ ਜੋ ਸ਼੍ਰੋਮਣੀ ਸਰੀਰ ਹੈ, ਇਹਦਾ ਇੱਕ ਰਥ ਇੱਕ ਰਥਵਾਹੁ ਚਲਾਉਣ ਵਾਲਾ, ਭਾਵ ਹਰ ਜਨਮ ਦੇ ਵਿੱਚ ਆਪਾਂ ਨੂੰ ਆਤਮਾ ਮਿਲਦੀ ਹੈ। ਆਤਮਾ ਹੀ ਆਪਾਂ ਨੂੰ ਚਲਾਉਂਦੀ, ਚਾਹੇ ਆਪਾਂ ਸਤਿਯੁਗ ਵਿੱਚ ਹੋਏ, ਤ੍ਰੇਤੇ ਦੁਆਪਰ ਵਿੱਚ ਹੋਏ, ਕਲਯੁਗ ਵਿੱਚ ਹੋਏ, ਆਤਮਾ ਹੀ ਹਰੇਕ ਪੁਰਖ ਨੂੰ ਚਲਾਉਂਦੀ ਹੈ। ਆਪਾਂ ਜੇ ਆਤਮਾ ਤੱਕ ਚਲੇ ਜਾਈਏ, ਬਸ ਆਪਣੀ ਜ਼ਿੰਦਗੀ ਦੀ ਦੌੜ ਆਤਮਾ ਤੱਕ ਹੈ। ਜਿੱਦਣ ਆਪਾਂ ਆਤਮਾ ਨੂੰ ਸਰੀਰ 'ਚੋਂ ਲੱਭ ਲਿਆ, ਉਦਣ ਆਪਣੀ, ਸੋ ਮਹਾਰਾਜ ਬਚਨ ਕਰਦੇ ਨੇ, ਸਫਲ ਸਫਲ ਭਈ ਸਫਲ ਯਾਤਰਾ, ਰਹਿਓ ਆਵਣ ਜਾਣਾ ਮਿਲੇ ਸਾਧਾਂ। ਉਦਣ ਆਪਣੀ ਯਾਤਰਾ ਜ਼ਿੰਦਗੀ ਦੀ ਸਮਾਪਤ ਹੋ ਜਾਣੀ ਹੈ। ਭਾਵ ਆਪਾਂ ਆਤਮਿਕ ਗਿਆਨ ਵਿੱਚ ਚਲੇ ਜਾਣਾ। ਐਸੋ ਜੇ ਨਿਜ ਲਖੋ ਸਰੂਪਾ, ਇਹੋ ਜਿਹਾ ਜੇ ਸਰੂਪ ਤੁਸੀਂ ਜਾਣ ਲਓਗੇ ਮਿਹਨਤ ਕਰਕੇ, ਪਾਵੋਗੇ ਤਬ ਆਨੰਦ ਅਨੂਪਾ। ਫਿਰ ਉਸ ਵਕਤ ਉੱਥੇ ਜਾ ਕੇ ਉਪਮਾ ਤੋਂ ਰਹਿਤ ਆਨੰਦ ਜੋ ਹੈ ਫਿਰ ਪ੍ਰਾਪਤ ਕਰੋਗੇ, ਜਦੋਂ ਆਤਮਾ ਤੇ ਚਲੇ ਗਏ। ਕਿਉਂਕਿ ਪਹਿਲੀਆਂ ਜਿਹੜੀਆਂ ਗੱਲਾਂ ਨੇ ਆਪਣੇ ਸਰੀਰ ਦੇ ਅੰਦਰ, ਆਪਾਂ ਤਾਂ ਬਹੁਤ ਥੱਲੇ ਬੈਠੇ ਹਾਂ ਹਲੇ। ਆਪਾਂ ਤਾਂ ਆਪਣੇ ਆਪ ਨੂੰ ਨਾਂ ਆਪਣਾ ਲੈ ਕੇ ਕੋਈ ਬੁਲਾਵੇ, ਫਿਰ ਆਪਣੀ ਜਾਤੀ, ਫਿਰ ਪੈਸਾ, ਅਹੁਦਾ, ਹੋਰ ਸਾਰੀਆਂ ਚੀਜ਼ਾਂ ਦਾ ਅਭਿਮਾਨ ਹੀ ਨਹੀਂ ਜਾਂਦਾ ਆਪਣੇ ਅੰਦਰੋਂ। ਕਿਉਂਕਿ ਆਤਮਾ ਦੀ ਤਾਂ ਨਾ ਕੋਈ ਜਾਤ ਨਾ ਪਾਤ, ਆਤਮਾ ਜਿਹੜੀ ਹੈ ਨਿਰਲੇਪ ਹੈ ਸਾਰੀਆਂ ਚੀਜ਼ਾਂ। ਜਦੋਂ ਤੱਕ ਆਪਾਂ ਸਰੀਰ ਵਿੱਚ ਰਹਿ ਕੇ ਭਗਤੀ ਕਰਦੇ ਹਾਂ, ਆਪਣੇ ਆਪ ਨੂੰ ਸਰੀਰ ਮੰਨ ਕੇ ਭਗਤੀ ਕਰਦੇ ਹਾਂ, ਤੇ ਸਰੀਰ ਨਾਲ ਤਾਂ ਫਿਰ ਨਾਮ ਆਪਣਾ ਵੀ ਜੁੜਿਆ, ਮੇਰਾ ਫਲਾਨਾ ਨਾਂ ਹੈ, ਫਲਾਣੇ ਥਾਂ ਰਹਿਣਾ, ਫਲਾਨੀ ਮੇਰੀ ਜਾਤ ਗੋਤ ਪਾਤ। ਫਿਰ ਆਪਾਂ ਸਰੀਰ ਨਾਲ ਜਦੋਂ ਜੁੜੇ ਹੁੰਦੇ ਆ, ਤਾਂ ਕਿਸੇ ਦਾ ਪੁੱਤ ਹੈ, ਕਿਸੇ ਦਾ ਪਿਓ ਹੈ, ਕਿਸੇ ਦਾ ਭੈਣ ਭਰਾ, ਕੁਛ ਵੀ ਹੋ ਸਕਦਾ। ਇਸ ਕਰਕੇ ਸਤਿਗੁਰੂ ਕਹਿੰਦੇ ਜਦੋਂ ਆਪਾਂ ਭਗਤੀ ਕਰਨੀ ਹੈ, ਸਰੀਰ ਨੂੰ ਛੱਡ ਕੇ ਕਰਨੀ ਹੈ। ਇਹ ਬੜਾ ਉੱਚਾ ਲੈਸਨ ਹੈ ਇਸ ਭਗਤੀ ਦੇ ਮਾਰਗ ਦਾ। ਸਰੀਰ ਨੂੰ ਭੁੱਲ ਜਾਓ ਤੇ ਆਤਮਾ ਰੂਪ ਜਾਣ ਕੇ ਆਪਣੇ ਆਪ ਨੂੰ ਫੇਰ ਭਗਤੀ ਕਰਨੀ ਹੈ। ਸੋ ਆਪਾਂ ਇਹ ਪ੍ਰੈਕਟੀਕਲ ਆਪਣਾ 2-2, 3-3 ਮਿੰਟ ਦਾ ਸਵੇਰੇ, ਦੁਪਹਿਰੇ, ਸ਼ਾਮ ਕਰ ਸਕਦੇ ਹਾਂ। ਰਾਤ ਨੂੰ ਸੌਣ ਵੇਲੇ ਆਪਣੇ ਆਪ ਨੂੰ ਮਹਿਸੂਸ ਕਰੋ ਕਿ ਮੈਂ ਸਰੀਰ ਨਹੀਂ ਹਾਂ। ਇਹ ਜੋ ਬਾਹਰੋਂ ਦਿਖਦਾ ਚੌਖਟਾ, ਇਹ ਮੈਂ ਨਹੀਂ ਹਾਂ, ਮੈਂ ਆਤਮਾ ਹਾਂ। ਤੇ ਆਤਮਾ ਦਾ ਕੋਈ ਨਾਮ ਨਹੀਂ ਹੁੰਦਾ। ਆਤਮਾ ਕਿਸੇ ਦੇ ਸੰਬੰਧੀ ਨਹੀਂ ਹੁੰਦੀ। ਆਤਮਾ ਨਾਸ ਨਹੀਂ ਹੁੰਦੀ। ਆਤਮਾ ਦੀ ਕੋਈ ਰਿਸ਼ਤੇਦਾਰੀ ਨਹੀਂ। ਆਤਮਾ ਜਿਹੜੀ ਹੈ ਨਾ ਕੱਟੀ ਜਾਂਦੀ, ਨਾ ਵੱਢੀ ਜਾਂਦੀ, ਨਾ ਕੁਛ ਨਹੀਂ ਹੁੰਦਾ। ਆਤਮਾ ਪਰਮਾਤਮਾ ਸਰੂਪ ਹੈ। ਮੇਰਾ ਅਸਲ ਸਰੂਪ ਆਤਮਾ ਹੈ। ਮੈਂ ਆਤਮਾ ਹਾਂ। ਉੱਥੇ ਪਹੁੰਚ ਕੇ ਹੌਲੀ ਹੌਲੀ ਫੇਰ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੈਂ ਆਤਮਾ ਹਾਂ। ਇੱਥੇ ਜਾ ਕੇ ਆਨੰਦ ਆਉਂਦਾ। ਜਦੋਂ ਆਪਾਂ ਥੱਲੇ ਥੱਲੇ ਆ, ਬਾਕੀ ਚੀਜ਼ਾਂ ਬਾਰੇ ਸੋਚਦੇ ਆ, ਮੈਂ ਫਲਾਨਾ, ਓਏ ਮੈਂ ਫਲਾਨਾ, ਤੂੰ ਜਾਣਦਾ ਨਹੀਂ ਮੈਂ ਆਇਆ, ਤੈਨੂੰ ਮੇਰਾ ਪਤਾ ਨਹੀਂ ਮੈਂ ਕੌਣ ਆ। ਇੱਥੇ ਹੀ ਮਾਰ ਖਾਧੀ ਆਪਾਂ ਹਮੇਸ਼ਾ। ਜਦੋਂ ਤੱਕ ਆਪਾਂ ਸਰੀਰ ਵਿੱਚ ਆ, ਉਦੋਂ ਤੱਕ ਆਪਣੇ ਅੰਦਰ ਮੈਂ ਹੈ, ਨਫ਼ਰਤ ਹੈ, ਈਰਖਾ ਹੈ, ਦਵੈਸ਼ ਹੈ, ਲੜਾਈ ਹੈ, ਝਗੜਾ ਹੈ। ਜਦੋਂ ਆਪਾਂ ਆਤਮਾ 'ਚ ਚਲੇ ਗਏ, ਦੇਖਿਓ ਤੁਸੀਂ ਐਸੇ ਪ੍ਰੈਕਟੀਕਲ ਨੂੰ ਕਰਕੇ ਤੁਸੀਂ 10 ਕੁ ਦਿਨ ਵਿੱਚ ਇੰਨਾ ਹਲਕਾ ਮਹਿਸੂਸ ਕਰਨਾ ਸਰੀਰ ਨੂੰ, ਆਨੰਦ ਆ ਜਾਣਾ ਵੀ ਮੇਰਾ ਬਈ ਕਿਸੇ ਨਾਲ ਕੋਈ ਝਗੜਾ ਨਹੀਂ ਹੈ, ਮੇਰਾ ਕਿਸੇ ਨਾਲ ਕੋਈ ਵੈਰ ਨਹੀਂ ਹੈ, ਮੈਂ ਤਾਂ ਆਤਮਾ ਹਾਂ। ਇਸ ਅਵਸਥਾ ਵਿੱਚ ਬ੍ਰਹਮ ਗਿਆਨੀ ਤਾਂ ਪੱਕਾ ਟਿਕਿਆ ਰਹਿੰਦਾ। ਜਗਿਆਸੂ ਨੂੰ ਆਪਾਂ ਹੌਲੀ ਹੌਲੀ ਕਰਕੇ ਟਿਕਾਉਣ ਦਾ ਯਤਨ ਕਰਦੇ ਹਾਂ। ਜਗਿਆਸੂ ਜਦ ਤੱਕ ਕਥਾ ਸੁਣਦਾ ਉਦੋਂ ਤੱਕ ਤਾਂ ਵਧੀਆ ਰਹਿੰਦਾ। ਜਿਉਂ ਹੀ ਕਥਾ 'ਚੋਂ ਬਾਹਰ ਗਿਆ, ਜਗਿਆਸੂ ਮੁੜ ਸਰੀਰ 'ਚ ਆ ਜਾਂਦਾ।
ਬ੍ਰਹਮ ਗਿਆਨੀ 24 ਘੰਟੇ ਹੀ ਆਤਮਾ 'ਚ ਰਹਿੰਦਾ। ਇਸੇ ਕਰਕੇ ਉਹਨੂੰ ਆਪਾਂ ਬ੍ਰਹਮ ਗਿਆਨੀ ਕਹਿੰਦੇ, ਆਤਮ ਗਿਆਨੀ ਕਹਿੰਦੇ ਹਾਂ। ਜਨਮ ਮੂਲ ਜਨਹੁ ਅਗਿਆਨਾ। ਕਿਉਂਕਿ ਜਿਹੜਾ ਬਾਰ-ਬਾਰ ਆਪਾਂ ਜੰਮਣਾ ਤੇ ਮਰਨਾ ਹੈ, ਇਹ ਆਪਣਾ ਜਿਹੜਾ ਹੁੰਦਾ ਹੈ, ਇਹਦਾ ਮੂਲ ਮੁੱਢ ਜਿਹੜਾ ਅਗਿਆਨ ਹੈ। ਆਪਾਂ ਸਾਰਿਆਂ ਨੂੰ ਅਗਿਆਨ ਚਿੰਬੜਿਆ ਹੋਇਆ। ਅਗਿਆਨ ਉਹੀ ਹੈ ਜਿਹੜਾ ਸਰੀਰ ਨੂੰ ਆਪਣਾ ਆਪ ਸਮਝਣਾ, ਗਿਆਨ ਉਹੀ ਹੈ ਜਿਹੜਾ ਆਤਮਾ ਸਮਝਣਾ ਹੈ। ਤਾਈਓ ਪੰਡਿਤ ਗੁਲਾਬ ਸਿੰਘ ਜੀ ਲਿਖਦੇ ਸਾਰ ਕਿਤਾਬ ਲਈ ਅਧਿਆਤਮ ਪ੍ਰਕਾਸ਼ ਵਿੱਚ ਪਹਿਲੀਆਂ ਲਾਈਨਾਂ ਆਉਂਦੀਆਂ ਨੇ, ਭੁੱਲ ਗਇਓ ਅਗਿਆਨ ਤੇ ਆਪਣੋ ਆਤਮ ਰੂਪ। ਆਪਣਾ ਆਤਮਿਕ ਰੂਪ ਅਗਿਆਨ ਕਰਕੇ ਬੰਦਾ ਭੁੱਲ ਜਾਂਦਾ। ਕਹਿੰਦੇ ਇਹਦਾ ਨਾਂ ਹੈ ਅਗਿਆਨ। ਆਤਮਾ ਨੂੰ ਤਾਂ ਭੁੱਲ ਗਿਆ, ਸਰੀਰ ਨੂੰ ਫੜੀ ਫਿਰਦਾ। ਸਰੀਰ ਵਿੱਚ ਹੁਣ ਸਾਰੀਆਂ ਗੱਲਾਂ ਆ ਜਾਂਦੀਆਂ ਨੇ। ਜਦੋਂ ਤੱਕ ਆਪਾਂ ਸਰੀਰ ਵਿੱਚ ਹਾਂ ਉਦੋਂ ਤੱਕ ਆਪਣਾ ਵੈਰ ਵਿਰੋਧ ਇਹ ਉਹ ਕਈ ਕੁਛ ਹਜ਼ਾਰ ਚੀਜ਼ਾਂ ਸਿਰ ਤੇ ਪੰਡ ਚੱਕੀ ਹੋਈ ਹੈ, ਇਹਦਾ ਹੀ ਬਹੁਤ ਚੱਕੀ ਫਿਰਦੇ ਹਾਂ ਆਪਾਂ। ਜਦੋਂ ਆਪਾਂ ਇਹਨਾਂ ਨੂੰ ਛੱਡ ਕੇ 20 ਸਪਤਾਹਰੋ ਬਾਸਰੋ ਸੰਗ੍ਰਹਿ 3 ਖੋੜਾ ਨਿਤ ਕਾਲ ਸਾਰ ਹੈ, ਇਹ ਸਾਰੀਆਂ ਚੀਜ਼ਾਂ ਛੱਡਣੀਆਂ ਪੈਂਦੀਆਂ। ਸ੍ਰੀ ਰਾਗ ਦੀ ਕਥਾ ਵਿੱਚ ਆ ਚੁੱਕਿਆ ਪਹਿਲਾਂ, ਇਨ ਤਜ ਆਤਮੈ ਹੋਏ ਧਿਆਈ ਕਿਹਾ। ਜਦੋਂ ਆਪਾਂ ਸਾਰਾ ਕੁਝ ਭੁੱਲ ਕੇ ਸਿਰਫ ਹਲਕਾ ਮਹਿਸੂਸ ਕਰਕੇ ਇੱਕ ਆਤਮਾ ਨੂੰ ਜਾਣਿਆ, ਆਤਮਾ ਦਾ ਮਤਲਬ ਹੈ ਗਿਆਨ ਤੇ ਸਰੀਰ ਨੂੰ ਜਾਣ ਲੈਣ ਦਾ ਮਤਲਬ ਹੈ ਅਗਿਆਨ। ਸੋ ਭੁੱਲ ਗਇਓ ਅਗਿਆਨ ਤੇ ਆਪਣੋ ਆਤਮ ਰੂਪ, ਤਾਹੀ ਕੋ ਫਿਰ ਜਾਣਬੋ ਗਿਆਨ ਕਹਿਤ ਕਬ ਭੂਪ। ਗਿਆਨ ਕੀ ਚੀਜ਼ ਹੈ? ਕਹਿੰਦੇ ਜਿਹੜਾ ਅਗਿਆਨ ਕਰਕੇ ਆਪਣੀ ਆਤਮਾ ਨੂੰ ਭੁੱਲਿਆ ਫਿਰਦਾ ਸੀ ਮਨੁੱਖ, ਉਹਨੂੰ ਅਗਿਆਨੀ ਕਹਿੰਦੇ ਨੇ। ਗਿਆਨ ਕਰਕੇ ਜਿਹੜਾ ਆਪਣੀ ਆਤਮਾ ਨੂੰ ਜਾਣ ਗਿਆ, ਸਰੀਰ ਨੂੰ ਭੁੱਲ ਗਿਆ, ਉਹਨੂੰ ਬ੍ਰਹਮ ਗਿਆਨੀ ਕਹਿੰਦੇ ਨੇ। ਉਹਨੂੰ ਕਹਿੰਦੇ ਗਿਆਨਵਾਨ ਹੈ। ਉੱਥੇ ਜਾ ਕੇ ਇੱਕ ਸਥਿਤੀ ਬਣਦੀ ਹੈ, ਨਾ ਕੋ ਬੈਰੀ ਨਾ ਹੈ ਬੇਗਾਨਾ, ਸਗਲ ਸੰਗ ਹਮਕੋ ਬਨ ਆਈ। ਜਿੱਥੇ ਇੱਕ ਸਥਿਤੀ ਬਣ ਜਾਂਦੀ ਮਨ ਦੀ ਵੀ ਦੂਜਾ ਹੈ ਹੀ ਨਹੀਂ, ਸਾਰੇ ਇੱਕੋ ਹੀ ਨਜ਼ਰ ਆਈ ਜਾਂਦੇ ਨੇ। ਭਾਈ ਕਨ੍ਹਈਆ ਨੂੰ, ਭਾਈ ਨੰਦ ਲਾਲ ਜੀ ਨੂੰ ਇੱਕੋ ਹੀ ਅਵਸਥਾ ਬਣ ਜਾਂਦੀ ਬ੍ਰਹਮ ਗਿਆਨ 'ਚ ਜਾ ਕੇ। ਜਦ 10ਵੇਂ ਪਾਤਸ਼ਾਹ ਜੰਗ ਕਰਨ ਲੱਗੇ, 500 ਬ੍ਰਹਮ ਗਿਆਨੀ ਸੀ ਮਹਾਰਾਜ ਨਾਲ, ਆਤਮਿਕ ਬ੍ਰਹਮ ਗਿਆਨ ਤੇ ਗਏ ਹੋਏ। ਉਹ ਕਹਿੰਦੇ ਮਹਾਰਾਜ ਕੋਈ ਹੈ ਹੀ ਨਹੀਂ ਦੂਜਾ, ਜੰਗ ਕੀ ਨਾਲ ਕਰਨਾ, ਛੱਡੋ ਪਰੇ। ਹੁਣ ਸਤਿਗੁਰੂ ਕਹਿੰਦੇ ਮੇਰੀ ਤਾਂ ਅਕਾਲ ਪੁਰਖ ਵੱਲੋਂ ਡਿਊਟੀ ਲੱਗੀ ਹੋਈ ਆ, ਮੈਂ ਤਾਂ ਇਹ ਹੁਣ ਹੁਕਮ ਜਦੋਂ ਹੋ ਜਾਂਦਾ ਫਿਰ ਗਿਆਨ ਵਿੱਚੋਂ ਵਾਪਸ ਅਗਿਆਨ 'ਚ ਆਉਣਾ ਪੈਂਦਾ, ਵਾਪਸ ਭੁੱਲ ਜਾਣਾ ਪੈਂਦਾ। ਡਾਕਟਰ ਨੂੰ ਉਦੋਂ ਭੁੱਲ ਜਾਣਾ ਪੈਂਦਾ ਕਿ ਮਨੁੱਖ ਹੈ, ਸਧਾਰਨ ਵਿਅਕਤੀ, ਉਹਨੂੰ ਪਤਾ ਵੀ ਇਹਦਾ ਆਪਰੇਸ਼ਨ ਕੀਤੇ ਤੋਂ ਬਿਨਾਂ ਇਹ ਠੀਕ ਨਹੀਂ ਹੋ ਸਕਦਾ। ਡਾਕਟਰ ਕਹਿੰਦਾ ਵੀ ਲੱਤ ਵੱਢਣੀ ਪੈਣੀ ਤੇਰੀ। ਕਹਿੰਦੇ ਜੀ ਰਹਿਣ ਦਿਓ, ਕਹਿੰਦੇ ਫਿਰ ਸਾਰਾ ਸਰੀਰ ਗਲ ਜੂਗਾ ਹੌਲੀ ਹੌਲੀ। ਉੱਥੇ ਡਾਕਟਰ ਗਿਆਨ ਦੇ ਹੁੰਦਿਆਂ ਹੋਇਆਂ ਵੀ ਇਹਨੂੰ ਲੱਤ ਵਢਾ ਕੇ ਬਹੁਤ ਔਖਾ ਹੋਣਾ, ਪਰ ਫਿਰ ਵੀ ਉਹਦੇ ਭਲੇ ਲਈ ਉਹਨੂੰ ਅਗਿਆਨ ਦੀ ਵਰਤੋਂ ਕਰਨੀ ਪੈਂਦੀ। ਇਸੇ ਪ੍ਰਕਾਰ ਜਦੋਂ ਦੁਨੀਆ ਤੇ ਦੁਸ਼ਟ ਆਤਮਾ ਪੈਦਾ ਹੋ ਜਾਂਦੇ ਨੇ ਹਰਨਾਕਸ਼ ਵਰਗੇ, ਸੋ ਭਗਤਾਂ ਦੀ ਰੱਖਿਆ ਕਰਨੀ ਹੋਵੇ, ਫਿਰ ਉਦੋਂ ਪਰਮੇਸ਼ਰ ਗਿਆਨ ਤੋਂ ਵਾਪਸ ਅਗਿਆਨ ਵਿੱਚ ਆ ਕੇ ਫਿਰ ਐਸਾ ਕੰਮ ਕਰਦੇ ਨੇ ਕਿ ਇਹ ਵੱਢਣਾ ਹੀ ਪੈਣਾ, ਇਹਨੂੰ ਨਹੀਂ ਠੀਕ ਨਹੀਂ ਰਹਿਣਾ ਕੰਮ। ਉਹ ਇੱਕ ਅਲੱਗ ਗੱਲ ਹੁੰਦੀ। ਇਹ ਮਨ ਦਾ ਸ਼ੰਕਾ ਉੱਠਣਾ ਸੀ ਆਪਣਾ, ਪਰ ਆਪਾਂ ਇਹਨੂੰ ਪਹਿਲਾਂ ਹੀ ਦਬਾ ਦਿੱਤਾ। ਸੋ 500 ਬ੍ਰਹਮ ਗਿਆਨੀ ਕਹਿਣ ਲੱਗਿਆ ਤੁਸੀਂ ਜੰਗ ਨਾ ਕਰੋ ਮਹਾਰਾਜ ਜੀ, ਸਾਰੇ ਬ੍ਰਹਮ ਹੈ, ਤੁਸੀਂ ਨਿਗਾਹ ਨਾਲ ਹੀ ਕਰਦੇ ਹੋ ਸਾਰਾ ਕੁਝ। ਮਹਾਰਾਜ ਕਹਿੰਦੇ ਭਾਈ ਨਿਗਾਹ ਨਾਲ ਹੁਕਮ ਨਹੀਂ ਹੈ ਕਰਨ ਦਾ, ਹੁਕਮ ਹੈ ਜੰਗ ਕਰਨ ਦਾ। ਪਰਮੇਸ਼ਰ ਨੇ ਤਾਂ ਆਪਣੀ ਖੇਡ ਦੇਖਣੀ ਹੈ। ਸਤਿਗੁਰੂ ਨੇ ਵਿਚਾਰ ਕੀਤੀ ਵੀ ਇਹ ਬ੍ਰਹਮ ਗਿਆਨੀ 500 ਮੈਨੂੰ ਡਿੱਕਾ ਪਾਉਣਗੇ, ਹੁਕਮ ਮੰਨਣ ਨਹੀਂ ਦੇਣਾ ਇਹਨਾਂ ਨੇ, ਮੈਂ ਇਹਨਾਂ ਦਾ ਵਚਨ ਮੋੜ ਨਹੀਂ ਸਕਦਾ। ਮਹਾਰਾਜ ਨੇ ਉਹਨਾਂ ਵਾਸਤੇ ਤਾਰਾਗੜ੍ਹ ਦਾ ਕਿਲ੍ਹਾ ਬਣਵਾਇਆ। ਤਾਰਾਗੜ੍ਹ ਦਾ ਕਿਲ੍ਹਾ 6-7 ਕਿਲੋਮੀਟਰ ਅਨੰਦਪੁਰ ਸਾਹਿਬ ਤੋਂ, ਜਿੱਥੇ ਭਾਈ ਕਨ੍ਹਈਆ ਦਾ ਖੂਹ ਹੈ, ਉਧਰ ਨੂੰ ਆਮ ਸੰਗਤ ਘੱਟ ਹੀ ਗਈ ਕਦੇ। ਸੋ ਉਸ ਥਾਂ ਦੇ ਉੱਤੇ 500 ਬ੍ਰਹਮ ਗਿਆਨੀ ਰਹਿਣ ਦਾ ਇੰਤਜ਼ਾਮ ਕੀਤਾ। ਉੱਥੇ ਆਪ ਸੱਚੇ ਪਾਤਸ਼ਾਹ ਹਾਥੀ ਤੇ ਬਹਿ ਕੇ ਪ੍ਰਸ਼ਾਦਾ ਦੇ ਕੇ ਆਉਣਾ, ਸਾਰੇ ਸਿੰਘਾਂ ਨਾਲ ਲਿਜਾ ਕੇ। ਇਸ ਤਰ੍ਹਾਂ ਇੱਕ ਬ੍ਰਹਮ ਗਿਆਨ ਹੁੰਦਾ। ਬ੍ਰਹਮ ਗਿਆਨ ਵਿੱਚ ਸਦਾ ਲਈ ਟਿਕੇ ਰਹਿਣ ਵਾਸਤੇ ਸਾਨੂੰ ਭਗਤੀ ਕਰਨੀ ਪੈਂਦੀ। ਉੱਥੇ ਤੱਕ ਗ੍ਰਸਤੀ ਬੰਦਾ ਨਹੀਂ ਜਾਂਦਾ, ਕਿਉਂਕਿ ਗ੍ਰਸਤੀ ਬੰਦੇ ਨੂੰ ਹਜ਼ਾਰਾਂ ਕੰਮ ਹੁੰਦੇ ਨੇ, ਪਰ ਉਹਨਾਂ ਵਿੱਚੋਂ ਜੇ ਰੱਬ ਦੀ ਮਿਹਰ ਹੋ ਜਾਏ, ਸਤਿਗੁਰੂ ਕਿਰਪਾ ਕਰ ਦੇਣ, ਬਾਂਹ ਫੜ ਲੈਣ, ਉਂਗਲੀ ਫੜ ਕੇ ਕੱਢ ਦੇਣ, ਤਾਂ ਫਿਰ ਆਪਾਂ ਉਸ ਗਿਆਨ ਵਿੱਚੋਂ ਬਾਹਰ ਆ ਕੇ ਗਿਆਨ ਵਿੱਚ ਪ੍ਰਵਿਰਤ ਹੋ ਸਕਦੇ ਹਾਂ।
ਆਪਣੇ ਲਈ ਇਹ ਕੰਮ ਔਖਾ, ਪਰ ਗੁਰੂ ਗ੍ਰੰਥ ਸਾਹਿਬ ਲਈ ਔਖਾ ਨਹੀਂ ਇਹ। ਸਤਿਗੁਰੂ ਜੀ ਚਾਹੁਣ ਤਾਂ ਹੁਣੇ ਚਿੱਕੜ ਚੋਂ ਬਾਹਰ ਕੱਢ ਲੈਣ, 1 ਸਕਿੰਟ ਹੀ ਲਾਉਂਦੇ ਨੇ। ਹਾਂ, ਮਹਾਰਾਜ ਸੱਚੇ ਪਾਤਸ਼ਾਹ ਅੱਗੇ ਬੇਨਤੀ ਕਰੀਏ ਕਿ ਸਾਨੂੰ ਕਿਰਪਾ ਕਰੋ, ਅਗਿਆਨਤਾ ਵਿੱਚੋਂ ਕੱਢ ਕੇ ਸਾਨੂੰ ਗਿਆਨ ਅੰਜਨ ਗੁਰ ਦੀਆ, ਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਪਾਪ ਪੁੰਨ ਕੋ ਧਰ ਕਰ ਮਾਨਾ। ਸੋ ਇਸ ਤਰੀਕੇ ਨਾਲ ਹੁਣ ਜਿਹੜਾ ਅੱਗੇ ਬਚਨ ਕਰਦੇ ਨੇ ਕਿ ਪਾਪ ਅਤੇ ਪੁੰਨ ਹੈ, ਇਹਨਾਂ ਦੋਨਾਂ ਨੂੰ ਕਿਵੇਂ ਮੰਨਿਆ? ਅਗਿਆਨਤਾ ਕਰਕੇ ਹੀ ਮੰਨਿਆ। ਅਨਿਕ ਜੋਨ ਪਾਵੋ ਦੁਖ ਭਾਰੇ। ਹੰਕਾਰ ਕਰਕੇ ਹੀ ਪਾਪ ਤੇ ਪੁੰਨ ਕੀਤਾ ਇਨਸਾਨ ਨੇ। ਤੇ ਇਸ ਤਰ੍ਹਾਂ ਅਨੇਕਾਂ ਜੂਨਾਂ ਦੇ ਵਿੱਚ ਇਹ ਪਾਪ ਅਤੇ ਪੁੰਨ ਦਾ ਹੰਕਾਰ ਹੀ ਕਰੀ ਜਾਂਦਾ, ਬਾਰ-ਬਾਰ ਅਗਿਆਨਤਾ ਕਰਕੇ। ਇਹਦੇ ਨਾਲ ਅਨੇਕਾਂ ਜੂਨਾਂ 'ਚ ਦੁੱਖ ਪਾਉਂਦਾ, ਮੈਂ ਇੰਨਾ ਪਾਪ ਕੀਤਾ, ਇੰਨਾ ਪੁੰਨ ਕੀਤਾ। ਜਾਏ ਵਾਸਨਾ ਕੇ ਅਨੁਸਾਰੇ। ਵਾਸ਼ਨਾ ਦੇ ਅਨੁਸਾਰ ਜੀਵ ਨੂੰ ਜਨਮ ਮਿਲਦਾ। ਜਿਵੇਂ ਮਹਾਰਾਜ ਪਹਿਲੇ ਪਾਤਸ਼ਾਹ ਨੇ ਦੁਨੀ ਚੰਦ ਨੂੰ ਕਿਹਾ, ਤੇਰਾ ਪਿਤਾ ਬਘਿਆੜ ਬਣਿਆ ਬੈਠਾ, ਤੂੰ ਸ਼ਰਾਧ ਕਰਾਈ ਜਾਂਦਾ, ਜਾ ਕੇ ਦੇਖ। ਜੋ ਦੇਖਿਆ ਬਘਿਆੜ ਬਣਿਆ ਹੋਇਆ, ਮਰਨ ਵੇਲੇ ਉਹਦੀ ਇੱਛਾ ਰਹਿ ਗਈ ਮਾਸ ਖਾਣ ਦੀ। ਮਾਸ ਵਿੱਚ ਇੱਛਾ ਹੋਣ ਕਰਕੇ ਬਘਿਆੜ ਬਣ ਗਿਆ। ਮਰਨ ਵੇਲੇ ਇੱਛਾ ਨਾਮ ਵਿੱਚ ਰਹਿ ਜੇ ਤਾਂ ਸੱਚਖੰਡ ਨੂੰ ਜਾਂਦਾ। ਮਰਨ ਵੇਲੇ ਜਿੱਥੇ ਇੱਕ ਸੁਰਤੀ ਚਲੀ ਗਈ ਉੱਧਰ ਨੂੰ ਚਲੇ ਜਾਣਾ। ਆਤਿਸ਼ਬਾਜ਼ੀ ਚਲਾਉਂਦੇ ਆਪਾਂ ਆਮ ਤੌਰ ਤੇ, ਬੋਤਲ ਵਿੱਚ ਰੱਖ ਕੇ ਉਹਨੂੰ ਚਲਾਇਆ ਜਾਂਦਾ। ਕਈ ਵਾਰੀ ਕੀ ਹੁੰਦਾ, ਆਤਿਸ਼ਬਾਜ਼ੀ ਭਾਰੀ ਹੁੰਦੀ ਹੈ, ਨਿਆਣੇ ਛੋਟੀ ਬੋਤਲ 'ਚ ਰੱਖ ਲੈਂਦੇ ਨੇ ਉਹਨੂੰ। ਜਦੋਂ ਚਲਾਉਂਦੇ ਕਦੋਂ ਜ਼ੋਰ ਨਾਲ ਬੋਤਲ ਡਿੱਗ ਪੈਂਦੀ ਤੇ ਆਤਿਸ਼ਬਾਜ਼ੀ ਲੋਕਾਂ ਦੇ ਘਰਾਂ 'ਚ ਹੀ ਜਾ ਵੜਦੀ। ਉਹ ਪਤਾ ਨਹੀਂ ਕਿੱਧਰ ਨੂੰ ਨਿਕਲੇ। ਇਸ ਕਰਕੇ ਇਹ ਗੱਲ ਦਾ ਖਿਆਲ ਰੱਖਣਾ, ਅੰਤਮ ਸਮੇਂ ਤੇ ਸਾਡਾ ਧਿਆਨ ਜੇ ਰੱਬ ਵਿੱਚ ਨਾ ਹੋਇਆ, ਆਤਿਸ਼ਬਾਜ਼ੀ ਵਾਂਗੂ ਫਿਰ ਜਿੱਧਰ ਨੂੰ ਹੋ ਗਿਆ ਉੱਧਰ ਨੂੰ ਹੀ ਨਿਕਲ ਜਾਣਾ ਕੰਮ। ਇਸ ਤਰ੍ਹਾਂ ਜ਼ਿੰਦਗੀ ਭਰ ਆਪਣਾ ਧਿਆਨ ਪਰਮਾਤਮਾ ਵਿੱਚ ਟਿਕਾਉਂਦੇ ਰਹੋ, ਤਾਂ ਕਿ ਅੰਤਮ ਸਮੇਂ ਤੇ ਸਾਡਾ ਧਿਆਨ ਪਰਮਾਤਮਾ ਵਿੱਚ ਲੱਗਿਆ ਰਹੇ। ਉਰ ਤੇ ਪਰ ਹਰ ਵਿਦ ਨੀਕੇ। ਚੰਗੇ ਤਰੀਕੇ ਨਾਲ ਮਨ ਦੇ ਅੰਦਰੋਂ ਵਾਸ਼ਨਾਵਾਂ ਨੂੰ ਦੂਰ ਕਰ ਲਓ। ਭਾਵਹੁ ਆਨੰਦ ਭਾਵ ਤੇ ਜੀ ਕੇ। ਮਨ ਭਾਉਂਦੇ ਆਨੰਦ ਪ੍ਰਾਪਤ ਕਰੋਗੇ। ਫਿਰ ਨਾਰਦ ਜਿਹ ਵਿਦ ਮੁਝੇ ਸੁਨਾਵਾ। ਨਾਰਦ ਜੀ ਨੇ ਜਿਸ ਤਰੀਕੇ ਨਾਲ ਮੈਨੂੰ ਸੁਣਾਇਆ, ਇਹ ਪ੍ਰਕਾਰ ਅਬ ਤੁਮ ਪ੍ਰਤ ਗਾਵਾ। ਉਹ ਮੈਂ ਤੁਹਾਨੂੰ ਹੁਣ ਸਾਰਿਆਂ ਨੂੰ ਗਾ ਕੇ ਬੋਲ ਕੇ ਦੱਸਿਆ ਹੈ। ਅਰਪਹੁ ਕਰਮ ਵਿਸ਼ਨ ਪਗ ਮਾਹੀ। ਆਪਣੇ ਜਿਹੜੇ ਕਰਮ ਨੇ ਉਹ ਪਰਮਾਤਮਾ ਦੇ ਚਰਨਾਂ ਦੇ ਵਿੱਚ ਲਾ ਦਿਓ ਸਾਰੇ। ਹੋਵੈ ਨਿਹਕਾਮ ਨਾਮ ਭਜ ਤਾਹੀ। ਨਿਸ਼ਕਾਮ ਹੋ ਕੇ ਜਿਹੜਾ ਹੈ ਪਰਮਾਤਮਾ ਦਾ ਨਾਮ ਜਪਿਆ ਕਰੋ। ਕਾਮਨਾ ਨਾਲ ਨਾਮ ਜਪਿਆ ਘਾਟਾ ਹੀ ਹੈ, ਨਿਸ਼ਕਾਮ ਹੋ ਕੇ ਜਪੇ ਫਾਇਦਾ ਜ਼ਿਆਦਾ ਹੁੰਦਾ। ਉਹ ਇਸ ਕਰਕੇ ਜਿਵੇਂ ਭਾਈ ਗੋਪਾਲੇ ਨੇ ਜਪਜੀ ਸਾਹਿਬ ਦਾ ਪਾਠ ਸੁਣਾਇਆ, ਸਤਿਗੁਰੂ ਗੁਰਤਾ ਗੱਦੀ ਦੇਣ ਨੂੰ ਉੱਠ ਕੇ ਖੜੇ ਹੋਣ ਲੱਗੇ। ਭਾਈ ਗੋਪਾਲਾ ਸੋਚੇ ਮਹਾਰਾਜ ਦਾ ਉੱਠ ਕੇ ਚੱਲ ਪਹਿਲਾਂ ਜਪਜੀ ਸਾਹਿਬ ਸੁਣਾਇਆ, ਦਿੱਤਾ ਤਾਂ ਕੁਝ ਵੀ ਨਹੀਂ ਹੈਗਾ। ਮਹਾਰਾਜ ਸੋਚੀ ਜਾਂਦੇ ਗੁਰਤਾ ਗੱਦੀ ਦੇ ਦਿਆਂ ਇਹਨੂੰ। ਭਾਈ ਗੋਪਾਲਾ ਸੋਚੇ ਵੀ ਜਿਹੜਾ ਅੱਜ ਨਵਾਂ ਘੋੜਾ ਆਇਆ 1.25 ਲੱਖ ਦਾ, 1.25 ਲੱਖ ਦੀ ਕਾਠੀ ਆਈ ਹੈ, ਉਹ ਮਹਾਰਾਜ ਮੈਨੂੰ ਦੇ ਦੇਣ। ਮਹਾਰਾਜ ਨੇ ਉੱਥੇ ਹੀ ਗੋਡਾ ਥੱਲੇ ਕਰ ਲਿਆ। ਕਹਿੰਦੇ ਬਸ ਨਿਆਣੇ ਵਾਲੀ ਗੱਲ ਕਰ ਗਿਆ, ਬਈ ਮੈਂ ਕੀ ਦੇਣ ਨੂੰ ਫਿਰਦਾ, ਇਹ ਕੀ ਲੈਣ ਨੂੰ ਫਿਰਦਾ। ਆਪਾਂ ਨਿਆਣੇ ਨੂੰ $100 ਦਾ ਨੋਟ ਦਿਖਾਓ, 2 ਸਾਲ ਦੇ 3 ਸਾਲ ਦੇ ਨੂੰ, ਜਿਹਨੂੰ ਹਲੇ ਸੋਝੀ ਨਹੀਂ ਪੈਸਿਆਂ ਦੀ, ਉਹ ਚਾਕਲੇਟ ਇੱਕ ਹੱਥ 'ਚ ਫੜ ਲਓ, ਚਾਕਲੇਟ ਪਹਿਲਾਂ ਫੜੂਗਾ, ਕਹਿੰਦਾ ਆਹ ਠੀਕ ਹੈ ਮੇਰੇ ਖਾਣ ਵਾਲੀ ਚੀਜ਼। ਨਿੱਕਾ ਜਿਹਾ ਨਿਆਣਾ ਜਿਹੜਾ ਹੁੰਦਾ ਉਹਨੂੰ ਗਿਆਨ ਨਹੀਂ ਕਿਸੇ ਗੱਲ ਦਾ ਵੀ, ਭਾਵੇਂ ਹੀਰਾ ਹੱਥ 'ਚ ਫੜ ਕੇ ਦਿਖਾਓ ਤੇ ਉਹਨੂੰ ਕਹੋ ਇੱਕ ਹੱਥ ਵਿੱਚ ਚਾਹ ਚਿਪਸ ਜਿਹੀ ਫੜੇ ਹੋਣ, ਭਾਵੇਂ ਚਿਪਸ ਦੇ ਲਿਫਾਫੇ ਨੂੰ ਭੱਜ ਕੇ ਪੈਣਾ, ਉਹਨੂੰ ਹੀਰੇ ਦਾ ਕੀ ਪਤਾ। ਇਸ ਪ੍ਰਕਾਰ ਸਾਨੂੰ ਕੀ ਪਤਾ ਕਿ ਨਿਸ਼ਕਾਮ ਕਰਮ ਕੀ ਹੁੰਦਾ। ਆਪਾਂ ਤੇ ਸ਼ਕਾਮ ਆਏ ਆ ਸਹਿਤ ਕਾਮਨਾ ਦੇ। ਅੱਜ ਮੈਂ ਆਹ ਪਾਠ ਕਰੂੰ, ਮੇਰੀ ਇੱਛਾ ਪੂਰੀ ਕਰ ਦਿਓ। ਅੱਜ ਮੈਂ ਅਰਦਾਸ ਕਰੂੰ, ਮੇਰੀ ਇੱਛਾ ਪੂਰੀ ਕਰ ਦਿਓ। ਸਤਿਗੁਰੂ ਕਹਿੰਦੇ ਜੇ ਤੂੰ ਨਿਸ਼ਕਾਮ ਹੋਵੇਂ ਤਾਂ ਮੈਂ ਤੈਨੂੰ ਅੱਜ ਹੀ ਸਾਰਾ ਕੁਝ ਦੇ ਦਿੰਦਾ। ਤੂੰ ਖੁਦ ਹੀ ਬੰਧਨ ਪਾ ਦਿੰਦਾ ਮੈਨੂੰ। ਮੈਂ ਤਾਂ ਕਿਹਾ ਸੀ ਅੱਜ ਆਊਗਾ, ਮੈਂ ਸਾਰੀਆਂ ਝੋਲੀਆਂ ਭਰ ਦੇਣੀਆਂ। ਅੱਜ ਤੂੰ ਇੱਕੋ ਹੀ ਚੀਜ਼ ਮੰਗੀ ਜਾਂਦਾ, ਉਹ ਮੇਰਾ ਜੀ ਆਹ ਕੰਮ ਕਰ ਦਿਓ ਜੀ। ਮਹਾਰਾਜ ਕਹਿੰਦੇ ਇਹਨੂੰ ਮੰਗਣਾ ਵੀ ਨਹੀਂ ਆਉਂਦਾ,
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਮੰਗਣਾ ਵੀ ਸਿੱਖੋ ਕਿ ਗੁਰੂ ਸਾਹਿਬ ਦੇ ਦਰ ਤੇ ਸੇਵਾ ਕਰਕੇ ਬਾਣੀ ਪੜ੍ਹ ਕੇ ਮੰਗਣਾ ਨਹੀਂ ਹੈ ਕੁਛ। ਗੁਰੂ ਦੇ ਦਰ ਤੇ ਮੰਗਣਾ ਨਾਮ ਦਾਨ ਸਿੱਖੀ ਦਾਨ, ਬਸ ਦੋ ਚੀਜ਼ਾਂ ਜਿਹਨੇ ਮੰਗ ਲਈਆਂ ਉਹਨੂੰ ਗੁਰੂ ਸਾਹਿਬ ਸਾਰਾ ਕੁਝ ਦੇ ਦਿੰਦੇ ਹਨ। ਸੁਨ ਉਪਦੇਸ਼ ਸਵੈ ਤਬ ਬਾਲਕਾ, ਸਾਰੇ ਬੱਚੇ ਜਿਹੜੇ ਸੀ ਉਸ ਵਕਤ ਉਪਦੇਸ਼ ਸੁਣ ਕੇ ਉਪਜੀ ਭਗਤ ਹਿਰਦੇ ਦੁਖ ਬਾਲਕ। ਘਾਲਕ ਤੋਂ ਭਾਵ ਹੁੰਦਾ ਜਿਹੜੀ ਸੀਗੀ ਭਗਤੀ ਹਿਰਦੇ ਅੰਦਰ ਦੁੱਖਾਂ ਦੀ ਨਾਸਕ ਭਗਤੀ ਪੈਦਾ ਹੋ ਗਈ। ਸਿਮਰਨ ਲਗੇ ਨਾਮ ਸੁਖਕਾਰੀ, ਸੁਖਾਂ ਦੇ ਦੇਣ ਵਾਲਾ ਜਿਹੜਾ ਨਾਮ ਸੀ ਉਹ ਬੱਚੇ ਸਾਰੇ ਸਿਮਰਨ ਕਰਨ ਲੱਗ ਪਏ। ਹਰ ਗੁਣ ਗਾਏ ਪ੍ਰੇਮ ਕਰ ਭਾਰੇ, ਬਹੁਤ ਪ੍ਰੇਮ ਕਰਕੇ, ਕਿਉਂਕਿ ਬੱਚੇ ਸੁੱਧੇ ਮਨ ਵਾਲੇ ਹੁੰਦੇ ਨੇ। ਉਪਦੇਸ਼ ਸੁਣ ਕੇ ਚੰਗਾ ਅਸਰ ਹੋ ਗਿਆ, ਬੱਚੇ ਵੀ ਪ੍ਰਮਾਤਮਾ ਦਾ ਨਾਮ ਲੈਣ ਲੱਗੇ। ਉਠਤ ਬੈਠਤ ਗਵਨਤ ਤਬਹੀ, ਉੱਠਦੇ ਬੈਠਦੇ ਆਉਂਦੇ ਜਾਂਦੇ ਤੁਰੇ ਫਿਰਦੇ, ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਅਸਲ ਵਿੱਚ ਮਨੁੱਖਾ ਦੇ ਹੀ ਮਿਲੀ ਹੋਈ ਨਾ ਸਿਰਫ ਨਾਮ ਜਪਣ ਨੂੰ ਹੈ, ਆਪਾਂ ਇਹਨੂੰ ਹੋਰ ਪਾਸੇ ਲਾ ਕੇ ਬੇਅਰਥ ਗਵਾਉਂਦੇ। 99% ਸੰਸਾਰ ਦੇ ਅੰਦਰ ਸਾਰੇ ਹੀ ਬੰਦੇ ਜਿਹੜੇ ਨੇ ਅਗਿਆਨਤਾ ਹੀ ਛਾਈ ਪਈ ਹੈ। ਉਹ ਇਹੀ ਸਮਝੀ ਜਾਂਦੇ ਆ ਕਿ ਅਸੀਂ ਪਤਾ ਨਹੀਂ ਕੀ ਪ੍ਰਾਪਤ ਕਰ ਲਿਆ, ਜਦੋਂ ਕਿ ਆਪਾਂ ਪ੍ਰਾਪਤ ਕੁਝ ਵੀ ਨਹੀਂ ਕੀਤਾ। ਨਾਮ ਪੁਕਾਰ ਹੈ ਹਰ ਹਰ ਸਭੀ, ਸਾਰੇ ਬੱਚੇ ਹਰ ਹਰ ਰਾਮ 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 ਹਰ ਹਰ ਦਾ ਹੀ ਜਾਪ ਕਰਦੇ ਨੇ। ਸ਼ੁਕਰ ਸੁਵਰਨ ਅਸਰੀਤ ਬਿਲੋਕੀ, ਸੋ ਇਸ ਤਰੀਕੇ ਨਾਲ ਜਿਹੜੀ ਸੀ ਸ਼ੁਕਰ ਦੇ ਪੁੱਤਰ ਸੰਡਾ ਤੇ ਮਰਕਾ ਨੇ ਜਦੋਂ ਇਹ ਰੀਤੀ ਦੇਖੀ, ਏ ਕੁਚਾਲ ਭਖ ਸਭ ਮਤ ਸ਼ੋਕੀ। ਸੋ ਉਸ ਵਕਤ ਕਹਿੰਦੇ ਇਹ ਤਾਂ ਬੜੀ ਕੁਚਾਲ ਹੋ ਗਈ, ਲੱਖ ਕਰਕੇ ਜਾਣ ਕਰਕੇ ਸਾਰਿਆਂ ਦੀ ਮਤ ਉਹਨਾਂ ਦੀ ਸੋਗ ਵਿੱਚ ਹੋ ਗਈ। ਜਸ ਪਦ ਲੀਨ ਆਪਣੇ ਸਾਥਾ, ਛੇਤੀ ਦੇ ਨਾਲ ਪ੍ਰਹਿਲਾਦ ਜੀ ਨੂੰ ਆਪਣੇ ਨਾਲ ਲਿਆ। ਗਏ ਹੋਤਾ ਜਹ ਦਾਨਵ ਨਾਥਾ, ਉੱਥੇ ਲੈ ਗਏ ਜਿੱਥੇ ਦਾਨਵਾਂ ਦਾ ਨਾਥ ਮਾਲਕ ਕੌਣ ਹਰਨਾਕਸ਼ ਬੈਠਾ। ਨਿਜ ਸੁਤ ਕੋ ਅਬ ਰਖੋ ਅਗਾਰਾ, ਸੰਡਾ ਤੇ ਮਰਕਾ ਜਿਹੜੇ ਇਹਦੇ ਟੀਚਰ ਸੀ ਦੋ, ਇਹ ਸ਼ੁਕਰ ਪ੍ਰੋਹਤ ਦੇ ਪੁੱਤਰ ਸਨ। ਕਹਿੰਦੇ ਆ ਜੀ ਆਪਣਾ ਪੁੱਤਰ ਸੰਭਾਲੋ, ਇਹਨੂੰ ਇੱਥੇ ਰੱਖੋ, ਇਹਦਾ ਨਿਆਣੇ ਵਿਗਾੜੀ ਜਾਂਦਾ। ਇਹ ਸਾਰੇ ਬੱਚੇ ਵਿਗਾੜ ਦਿੱਤੇ ਨੇ। ਸਰਬ ਬੰਗਾਰੇ ਇਨ ਚਟ ਸਾਰਾ, ਇਹ ਤਾਂ ਸਾਰੀ ਚਾਟਸਾਲ ਜਿਹੜੀ ਹੁੰਦੀ ਆ ਬੱਚਿਆਂ ਦੇ ਪੜਾਉਣ ਵਾਲੀ ਥਾਂ, ਉਹ ਵਿਗਾੜ ਦਿੱਤੀ ਇਹ ਬੱਚੇ ਨੇ। ਤਾਂ ਸਾਰੇ ਆਪ ਪ੍ਰਹਿਲਾਦ ਆਪ ਵਿਗੜਿਓ, ਸਭ ਚਾਟਰੇ ਵਿਗਾੜੇ, ਇਹਦੇ ਸਾਰੇ ਬੱਚੇ ਵਿਗਾੜ ਦਿੱਤੇ ਨੇ। ਰੰਚਕ ਡਰ ਨਹਿ ਮਨ ਮਹਿ ਮਾਨੇ, ਇਹ ਤਾਂ ਥੋੜਾ ਜਿਹਾ ਵੀ ਡਰ ਮਨ ਦੇ ਵਿੱਚ ਨਹੀਂ ਮੰਨਦਾ ਹੈ। ਭਗਤ ਕਰਨ ਸਭ ਬਾਲ ਸਖਾਨੇ, ਇਹ ਜਿਹੜਾ ਹੈ ਨਾ ਭਗਤੀ, ਇਹਦੇ ਸਾਰੇ ਬੱਚੇ ਨਾਲ ਬਾਲ ਬੱਚੇ ਭਗਤੀ ਕਰਨ ਲਾ ਤੇ ਮੇਰੀ ਪਟਿਆ ਲਿਖਦੇ ਹੋ ਸ੍ਰੀ ਗੋਪਾਲ, ਨਹੀਂ ਛੋਡੋ ਰੇ ਬਾਬਾ ਰਾਮ ਨਾਮ। ਆਪਦੇ ਪਿਓ ਨੂੰ ਕਹਿੰਦਾ, ਬਾਪੂ ਮੈਂ ਰਾਮ ਨਾਮ ਨਹੀਂ ਛੱਡਣਾ, ਜਪਣਾ। ਆ ਬੱਚੇ ਵੀ ਮੇਰੇ ਨਾਲ ਜਪਣਗੇ। ਸਾਰੇ ਬੱਚਿਆਂ ਨੂੰ ਨਾਮ ਜਪਣ ਲਾਇਆ ਹੈ। ਦੈਤ ਰਾਜ ਅਗਿਆਨ ਅਰੂਢਾ, ਇਹ ਜਿਹੜਾ ਦੈਂਤ ਸੀਗਾ ਹਰਨਾਕਸ਼, ਇਹ ਜੀ ਪਿੱਛੇ ਦੱਸ ਕੇ ਆਏ ਆ ਅਗਿਆਨ ਕੀ ਹੁੰਦਾ। ਸਰੀਰ ਵਿੱਚ ਰਹਿਣਾ ਅਗਿਆਨ ਹੁੰਦਾ, ਸਰੀਰ ਨੂੰ ਪਿਆਰ ਕਰਨਾ, ਆਤਮਾ ਜਾਣਨੀ ਨਾ। ਇਹ ਸਰੀਰ ਤੱਕ ਹੀ ਸੀਮਤ ਸੀਗਾ ਬੰਦਾ। ਉਸ ਵਕਤ ਬੜੇ ਹੰਕਾਰ ਚ ਆਇਆ ਮੂਰਖ ਬੰਦਾ। ਮਨ ਹੰਕਾਰ ਵੱਡੋ ਮਤ ਮੂਢਾ, ਇਹ ਮੂਰਖ ਮਤੀ ਬੰਦਾ ਬਹੁਤੇ ਹੰਕਾਰ ਵਿੱਚ ਆ ਗਿਆ। ਜਾਗਿਓ ਹਿਰਦੇ ਕ੍ਰੋਧ ਵਿਸਾਲਾ, ਇਹਦੇ ਮਨ ਦੇ ਅੰਦਰ ਬਹੁਤ ਭਾਰੀ ਗੁੱਸਾ ਆ ਗਿਆ। ਮਨਹੁ ਦੂਸਰੀ ਪ੍ਰਗਟੀ ਜਵਾਲਾ, ਮਾਨੋ ਦੂਸਰੀ ਜਵਾਲਾ ਅੱਗ ਪ੍ਰਗਟ ਹੋ ਗਈ, ਦੇਵੀ ਪ੍ਰਗਟ ਹੋ ਗਈ। ਉਹ ਤਿਰਛੇ ਕਰਕੇ ਨੈਣ ਤਰੇ ਰੇ, ਬਹੁਤ ਟੇਢੀਆਂ ਅੱਖਾਂ ਬੜੀਆਂ ਤਾੜ ਕੇ ਦੇਖਦਾ ਉਹਦੇ ਵੱਲ। ਬੋਲਤ ਭਾਦੁਰਾ ਬਚਨ ਕਨੇਰੇ, ਬਹੁਤ ਖੋਟੇ ਬਚਨ ਬੋਲਣ ਲੱਗਿਆ ਹੈ। ਮੰਦਰ ਤੇਰੇ ਮੂੰਡ ਕੋ ਭਾਗੇ, ਓਏ ਮੰਦੀ ਖੋਟੀ ਮਤ ਵਾਲਿਆ, ਮੂਰਖਾ ਕੁਭਾਗੀਆ। ਮਹਾ ਅਦਮ ਕੁਲ ਰੀਤ ਤਿਆਗੀ, ਮਹਾ ਨੀਚ ਬੰਦੇ ਤੂੰ ਸਾਰੀ ਕੁਲ ਦੀ ਰੀਤੀ ਜਿਹੜੀ ਸੀ ਉਹ ਤਿਆਗ ਦਿੱਤੀ ਹੈ। ਕਾਲ ਨਿਕਟ ਆਵਾ ਅਬ ਤੇਰੇ, ਉਹ ਤੇਰੀ ਮੌਤ ਤੇਰੇ ਨੇੜੇ ਆ ਗਈ। ਹਰਨਾਕਸ਼ ਪ੍ਰਹਿਲਾਦ ਨੂੰ ਕਹਿੰਦਾ, ਆਏ ਸਮੇਟ ਤੇ ਆਵਤ ਮੇਰੇ, ਉਹ ਤੂੰ ਮੇਰੇ ਹੁਕਮ ਨੂੰ ਹੁਣ ਤੱਕ ਮੋੜਦਾ ਹੀ ਤੁਰਿਆ ਆ ਰਿਹਾ ਹੈ। ਕਿਹ ਬਲ ਕੇ ਆ ਲੰਬ ਕੁਲ ਘਾਤੀ, ਉਹ ਕੁਲ ਘਾਤੀ ਤੂੰ ਕਿਹਦੇ ਆਸਰੇ ਰਹਿ ਰਿਹਾ ਮੇਰੇ ਕੋਲੇ? ਕਿਹ ਬਲ ਕੇ ਅਲੰਬ, ਕਿਹਦੇ ਆਸਰੇ ਰਹਿ ਰਿਹਾ?
ਅਸ ਕਹਿ ਹਨੀ ਲਾਤ ਮਮ ਛਾਤੀ 5 ਸਾਲ ਦਾ ਨਿਆਣਾ ਖਿੱਚ ਕੇ ਲੱਤ ਕਹਿੰਦਾ ਮੇਰੀ ਛਾਤੀ 'ਚ ਮਾਰੀ ਮੇਰੇ ਪਿਓ ਹਰਨਾਕਸ ਨੇ। ਵਿਕਸੇ ਬਾਨੀ ਬਾਨੀ ਬਖਤ ਬਹੋਰੇ ਸੋ ਉਸ ਵਕਤ ਇਸ ਤਰੀਕੇ ਨਾਲ ਕਹਿੰਦੇ ਵਿਆਹ ਵਰਗੀ ਕੌੜੀ ਜਿਹੜੀ ਸੀ ਫਿਰ ਬਾਪ ਕਹਿਣ ਲੱਗਿਆ, ਬੋਲਿਆ ਮੈਂ ਤਬ ਦੋਏ ਕਰ ਜੋਰੇ। ਮੈਂ ਦੋਨੋਂ ਹੱਥ ਜੋੜ ਕੇ ਆਪਣੇ ਪਿਤਾ ਜੀ ਨੂੰ ਕਿਹਾ, ਪਿਤਾ ਜੋ ਕਰਹੁ ਕ੍ਰੋਧ ਇਤ ਵਾਦੂ ਪਿਤਾ ਜੀ ਇਹ ਜਿਹੜਾ ਤੁਸੀਂ ਗੁੱਸਾ ਕਰ ਰਹੇ ਹੋ ਨਾ ਇਹ ਬੇਅਰਥੀ ਹੈ। ਕੈਸੇ ਵਿਖਮਮ ਬੋਲ ਤਨਾਦੂ ਤੁਸੀਂ ਮੈਨੂੰ ਕਿੰਨੀਆਂ ਕੌੜੀਆਂ ਗੱਲਾਂ ਬੋਲ ਰਹੇ ਹੋ ਜੀ। ਨਹਿ ਤਾ ਬਾਲਾ ਨਹਿ ਮਮ ਬਲ ਕੋ ਨਾ ਤਾਂ ਮੇਰਾ ਬਲ ਹੈ ਮੇਰੇ 'ਚ, ਨਾ ਤੇਰੇ 'ਚ ਬਲ ਹੈ। ਇਹ ਤਾਂ ਬਲ ਹੀ ਰੱਬ ਦਾ ਸਾਰਿਆਂ ਵਿੱਚ। ਬਲੀ ਅਪਰ ਅਠਰ ਹੈ ਜਗ ਸੋ ਉਹ ਜਗਤ ਦਾ ਸਾਰੇ ਦਾ ਜਿਹੜਾ ਆਸਰਾ ਰੂਪ ਹੈ ਨਾ ਪਰਮਾਤਮਾ, ਤੇਰਾ ਬਲ ਵੀ ਉਹੀ ਹੈ ਮੇਰਾ ਬਲ ਵੀ ਉਹੀ ਹੈ, ਆਪਣਾ ਦੋਨਾਂ ਦਾ ਬਲ ਪਰਮਾਤਮਾ ਹੀ ਹੈ। ਥਾਵਰ ਜੰਗਮ ਕੀਟ ਵਿਧਾਤਾ ਸੋ ਇਹ ਜਿਹੜੇ ਸੰਸਾਰ ਦੇ ਅੰਦਰ ਜਿਤਨੇ ਵੀ ਜੀਵ ਜੰਤ ਨੇ ਸਾਰੇ ਤੁਰਨ ਫਿਰਨ ਵਾਲੇ ਜੜ ਚੇਤਨ ਬੈਠਣ ਵਾਲੇ ਇਹਨਾਂ ਸਾਰਿਆਂ ਕੀੜਿਆਂ ਦਾ ਵਿਧਾਤਾ ਮਾਲਕ ਪਰਮਾਤਮਾ ਹੀ ਹੈ। ਜੇ ਵਸ ਕਰ ਸਭ ਰਾਖੇ ਤਾਤਾ ਸੋ ਜਿਹਨੇ ਸਾਰੇ ਆਪਣੇ ਬਸ ਵਿੱਚ ਇਹ ਪਿਤਾ ਜੀ ਕੀ ਕਰਕੇ ਰੱਖੇ ਹੋਏ ਨੇ। ਅਤ ਬਲਸ਼ਟ ਕਲਹ ਕਰ ਕਾਲੋ ਸੋ ਇਸ ਕਰਕੇ ਜਿਹੜੀ ਹੈ ਨਾ ਸੰਸਾਰ ਦੇ ਅੰਦਰ ਹਰੇਕ ਨੂੰ ਉਹਨੇ ਆਪਣੇ ਬਸ ਵਿੱਚ ਰੱਖਿਆ ਹੋਇਆ। ਤੁਸੀਂ ਮੈਨੂੰ ਹਮੇਸ਼ਾ ਕੌੜਾ ਹੀ ਬੋਲਦੇ ਰਹਿੰਦੇ ਹੋ ਤਾਂ ਤੇ ਅਤ ਬਲਿਸ਼ਟ ਕਲਹੁ ਕਰ ਕਾਲੂ, ਉਹ ਜਿਹੜਾ ਪ੍ਰਮਾਤਮਾ ਹੈ ਨਾ ਅਤਿਅੰਤ ਹੀ ਬਲੀ ਹੈ, ਕਾਲ ਦਾ ਵੀ ਕਾਲ ਕਰਨ ਵਾਲਾ ਹੈ। ਵਾਹਿਗੁਰੂ ਖਾਏ ਸਭ ਹੈ ਮੇਣਕਾ ਜਿਉ ਵਿਆਲੂ ਉਹ ਸਾਰਿਆਂ ਨੂੰ ਐਉਂ ਖਾ ਜਾਂਦਾ ਕਾਲ ਜਿਵੇਂ ਡੱਡੂ ਨੂੰ ਸੱਪ ਖਾ ਜਾਂਦਾ ਹੈ। ਬਲ ਜੋ ਮਨ ਤਨ ਵਿਖੈ ਖੀਖੰ ਜਿਹੜਾ ਆਪਣੀਆਂ ਇੰਦਰੀਆਂ ਦੇ ਵਿੱਚ ਵੀ ਬਲ ਦਿੱਤਾ ਹੈ ਨਾ ਸਾਰਾ, ਜਾਨੋ ਤੇ ਪ੍ਰਸਾਦ ਵਿਦਨੀਕੰ ਅੱਛੀ ਤਰ੍ਹਾਂ ਜਾਣ ਲਓ ਕਿ ਆਪਣੀਆਂ ਇੰਦਰੀਆਂ ਵਿੱਚ ਬਲ ਵੀ ਪਰਮਾਤਮਾ ਨੇ ਹੀ ਦਿੱਤਾ ਹੋਇਆ ਹੈ। ਗੋਬਿੰਦੇ ਇਹਦਾ ਹੀ ਨਾਮ ਹੈ, ਬਿੰਦ ਨਾਮ ਪ੍ਰਕਾਸ਼ ਦਾ, ਗੋ ਨਾਮ ਇੰਦਰੀਆਂ ਦਾ ਹੈ। ਇੰਦਰੀਆਂ ਨੂੰ ਬਿੰਦ ਪ੍ਰਕਾਸ਼ ਜੋ ਦਿੰਦਾ ਉਹਦਾ ਨਾਮ ਗੋਬਿੰਦ ਹੈ। ਗੋਬਿੰਦੇ ਇਹਦੇ 4-5 ਅਰਥ ਨੇ। ਗੋ ਨਾਮ ਧਰਤੀ ਦਾ ਹੈ, ਗੋ ਨਾਮ ਇੰਦਰੀਆਂ ਦਾ ਹੈ, ਗੋ ਨਾਮ ਦੇਵਤਿਆਂ ਦਾ ਹੈ, ਗੋ ਨਾਮ ਬੁੱਧੀ ਦਾ ਹੈ। ਸੋ ਪ੍ਰਮਾਤਮਾ ਸਾਰਿਆਂ ਨੂੰ ਬਿੰਦ ਹੁੰਦਾ, ਪ੍ਰਕਾਸ਼ ਦਿੰਦਾ ਹੈ। ਇਸ ਕਰਕੇ ਉਹ ਗੋਬਿੰਦ ਪਰਮੇਸ਼ਰ ਹੀ ਸਾਰਿਆਂ ਨੂੰ ਆਪਾਂ ਨੂੰ ਪ੍ਰਕਾਸ਼ ਦਿੰਦਾ ਹੈ ਜੀ। ਤਜਹੁ ਸੁਭਾਉ ਅਸੁਰ ਨਿਜ ਜਾਤੀ ਇਹ ਜਿਹੜਾ ਅਸੁਰਾਂ ਦੈਂਤਾਂ ਵਾਲਾ ਸੁਭਾਅ ਜਾਤੀ ਦਾ ਛੱਡ ਦਿਓ ਜੀ। ਮਨ ਜੀਤਨ ਵਿਦ ਕਰ ਪਲ ਭਾਂਤੀ ਜੇ ਤੁਸੀਂ ਇੰਨੇ ਤਕੜੇ ਹੋ ਤਾਂ ਮਨ ਜਿੱਤ ਕੇ ਦਿਖਾਓ ਤਾਂ ਆਪਣਾ, ਮੈਨੂੰ ਦਿਖਾਓ ਵੀ ਤੁਸੀਂ ਮਨ ਜਿੱਤ ਲਓ ਤਾਂ ਮੰਨਾਂ ਤੁਹਾਨੂੰ। ਮਨ ਸਮਾਨ ਨਹਿ ਛਤਰ ਕੋ ਕਿਉਂਕਿ ਮਨ ਦੇ ਬਰਾਬਰ ਕੋਈ ਦੁਸ਼ਮਣ ਨਹੀਂ ਹੈ ਬੰਦੇ ਦਾ। ਮਨ ਰਿਪ ਜੀਤਾ ਸਭ ਰਿਪ ਜੀਤੇ, ਮਨ ਰਿਪ ਜੀਤਾ ਸਭ ਰਿਪ ਜੀਤੇ। ਇਹ ਭਰਤਰ ਹਰੀ ਨੇ ਲਿਖਿਆ ਬਰਾਗ ਸ਼ਤਕ ਦੇ ਵਿੱਚ, ਕਹਿੰਦਾ ਮਨ ਰੂਪੀ ਦੁਸ਼ਮਣ ਜਦੋਂ ਜਿੱਤ ਲਿਆ ਤਾਂ ਸਾਰੇ ਦੁਸ਼ਮਣ ਜਿੱਤ ਲਏ। ਮਨ ਜੀਤਾ ਜਗ ਜੀਤ। ਰਾਜਾ ਪਾਰਸਨਾਥ ਸਾਰੀ ਦੁਨੀਆ ਨੂੰ ਜਿੱਤ ਕੇ ਜਦੋਂ ਆਪਣੀ ਮਾਤਾ ਦੇ ਚਰਨੀ ਹੱਥ ਲਾ ਕੇ ਕਹਿੰਦਾ ਮਾਤਾ ਤੇਰੀ ਕਿਰਪਾ ਨਾਲ ਸਾਰੇ ਰਾਜੇ ਦੁਨੀਆ ਦੀ ਸਾਰੇ ਰਾਜੇ ਜਿੱਤ ਲਏ। ਮਾਤਾ ਕਹਿਣ ਲੱਗੀ ਉਹਦੀ ਇੱਕ ਰਾਜਾ ਰਹਿ ਗਿਆ। ਕਹਿੰਦੇ ਕਿਹੜਾ? ਕਹਿੰਦੇ ਮਨ। ਕਹਿੰਦੇ ਮਨ ਨੂੰ ਜਿੱਤ ਕੇ ਦਿਖਾ ਫੇਰ ਤਾਂ ਮੰਨਾਂ ਵੀ ਸਾਰੇ ਰਾਜੇ ਜਿੱਤ ਲਏ ਤੂੰ। ਫਿਰ ਉਸ ਵਕਤ ਪਹਾੜ ਦੇ ਉੱਤੇ ਬੈਠ ਕੇ ਬਹੁਤ ਤਪੱਸਿਆ ਕੀਤੀ, ਬਹੁਤ ਤਪੱਸਿਆ ਕੀਤੀ। ਕਈ ਸਾਲਾਂ ਤੱਕ ਬੈਠਾ ਰਿਹਾ, ਮਨ ਨਹੀਂ ਜਿੱਤਿਆ ਗਿਆ। ਅਖੀਰ ਗੁੱਸੇ 'ਚ ਆ ਕੇ ਚੀਖਾ ਬਣਾ ਕੇ ਉਹ ਤੇ ਬਹਿ ਕੇ ਅੱਗ ਲਾ ਕੇ ਸੜ ਗਿਆ। ਮਨ ਜਿੱਤਣਾ ਸਭ ਤੋਂ ਔਖਾ। ਮਨ ਹੀ ਸਾਡਾ ਦੁਸ਼ਮਣ ਹੈ। ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ। ਮਨ ਬੈਰੀ ਵੀ ਆ, ਮਨ ਆਪਣਾ ਦੋਸਤ ਵੀ ਹੈ। ਮਨ ਸਾਰਾ ਕੁਛ। ਮਨ ਵਿਗੜ ਜੇ ਤਾਂ ਪੁੱਠੇ ਕੰਮ ਕਰਵਾ ਦਿੰਦਾ ਹੈ, ਮਨ ਸਾਡਾ ਸਾਥੀ ਬਣ ਜੇ ਚੰਗੇ ਕੰਮ ਕਰਵਾ ਦਿੰਦਾ ਹੈ। ਅਨਕ ਜਨਮ ਜਗ ਦੇਵਤ ਜੋ ਸੰਸਾਰ ਦੇ ਅੰਦਰ ਅਨੇਕਾਂ ਜਨਮ ਮਨ ਹੀ ਦਿੰਦਾ ਆਪਾਂ ਨੂੰ, ਬਾਰ-ਬਾਰ ਜੰਮਣਾ ਮਰਨਾ ਇਹੀ ਕਰਾਉਂਦਾ।
ਸੋ ਵਸ ਕਰਨ ਕੋ ਕਰਹੁ ਪਾਉ। ਆਪਣੇ ਮਨ ਨੂੰ ਵਸ ਕਰਨ ਦਾ ਜਿਹੜਾ ਉਪਾਅ ਹੈ ਪਿਤਾ ਜੀ ਉਹ ਕਰੋ ਜੇ ਕਰਨਾ ਹੈ। ਨੀਕੀ ਨੀਤ ਅਪਰ ਨਹਿ ਕਾਉ। ਹੋਰ ਕੋਈ ਚੰਗੀ ਜਿਹੜੀ ਨੀਤੀ ਹੈ ਨਾ ਉਹ ਨਹੀਂ ਹੈ। ਸ਼ਬਦ ਸਪਰਸਾਦਿਕ ਇਹ ਘੋਰੇ। ਸ਼ਬਦ ਸਪਰਸ ਰਸ ਰੂਪ ਗਾਂਧੇ ਘੋੜੇ ਹਨ। ਇਨ ਪਰ ਚੜਤਾ ਦਸੋ ਦਿਸ ਦੌਰੇ। ਮਨ ਇਹਨਾਂ ਦੇ ਉੱਤੇ ਸਵਾਰੀ ਕਰਕੇ ਦਸੋ ਦਿਸ਼ਾ ਨੂੰ ਦੌੜ ਪੈਂਦਾ ਹੈ। ਮਨ ਵਿਖਿਆ ਨ ਮਹਿ ਅਹੈ ਮਿਆਸੋ। ਮਨ ਵਿਸ਼ਿਆਂ ਵਿਕਾਰਾਂ ਦੇ ਵਿੱਚ ਆਕੀ ਹੋ ਕੇ ਬੈਠਾ ਰਹਿੰਦਾ ਹਮੇਸ਼ਾ ਹੀ। ਵੱਡ ਹੰਕਾਰ ਕੋਟ ਦਿੜ ਤਾਸੋ। ਕਿਉਂਕਿ ਵੱਡਾ ਹੰਕਾਰੀ ਹੈ ਇਹ। ਪੱਕੇ ਕਿਲੇ ਵਿੱਚ ਜਿਵੇਂ ਦੁਸ਼ਮਣ ਆਕੀ ਹੋ ਕੇ ਬਹਿੰਦਾ, ਮਨ ਵੀ ਵਿਸ਼ਿਆਂ ਵਿਕਾਰਾਂ ਦੇ ਕਿਲੇ ਵਿੱਚ ਆਕੀ ਹੋ ਕੇ ਬੈਠਾ ਹੈ। ਕਾਮ ਕ੍ਰੋਧ ਲੋਭ ਆਦਿਕ ਜੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਜੋ ਹਨ, ਸਰਬ ਸਹਾਇਕ ਜਾਨੋ ਤੇ। ਸਾਰਿਆਂ ਦਾ ਸਹਾਇਕ ਜਾਣਨਾ ਕਰੋ। ਇਹ ਮਨ ਹੀ ਇਹਦੇ ਨਾਲ ਜੁੜਿਆ, ਇਹ ਇਹਦੇ ਸਹਾਇਕ ਹਨ। ਮਨ ਉਹਨਾਂ ਦਾ ਸਹਾਈ ਹੈ। ਇਹ ਜੋਦਾ ਦੁਰਜੈ ਸਭ ਮਾਹੀ। ਇਹ ਜਿਤਨੇ ਕਠਨ ਹੋਣਗੇ ਨਾ, ਬਹੁਤ ਜਿਤਨੇ ਕਠਨ ਨੇ ਇਹ ਜਿਹੜੇ ਸਾਰੀਆਂ ਚੀਜ਼ਾਂ ਨੇ। ਕਿਉਂਕਿ ਯੋਧਾ ਹੈ ਬਹੁਤ ਜ਼ਿਆਦੇ ਵਿਕਾਰਾਂ ਦੇ ਨਾਲ ਰਲ ਕੇ ਆਕੀ ਹੋ ਕੇ ਬੈਠਾ ਹੋਇਆ। ਮਹਾਬਲੀ ਜੇਤੈ ਕੋ ਤਾਹੀ। ਕੋਈ ਬੰਦਾ ਮਹਾਬਲੀ ਹੈ ਜਿਹੜਾ ਇਹਨਾਂ ਨੂੰ ਜਿੱਤਦਾ, ਪੰਜਾਂ ਨੂੰ ਤੇ ਮਨ ਨੂੰ ਜਿੱਤ ਲੈਂਦਾ। ਜੇ ਕਰ ਬੂਝੋ ਤਹਿਤਾ ਪਾਉ। ਹਾਂ ਪਿਤਾ ਜੀ, ਜੇ ਮੈਥੋਂ ਤੁਸੀਂ ਉਪਾਅ ਪੁੱਛੋ ਮਨ ਨੂੰ ਜਿੱਤਣ ਦਾ, ਦੱਸ ਦਿੰਦਾ ਮੈਂ। ਸਤ ਸੰਗਤ ਮੈਂ ਕਰ ਚਿਤ ਚਾਉ। ਚਿੱਤ ਦੇ ਚਾਅ ਨਾਲ ਫਿਰ ਸਤ ਸੰਗਤ ਕਰਿਆ ਕਰੋ। ਸਤ ਸੰਗਤ ਵਿੱਚ ਬੈਠੀ ਦਾ ਹੁੰਦਾ, ਇਹਦੇ ਨਾਲ ਮਨ ਜਿੱਤਣ ਦੇ ਸਾਰੇ ਤਰੀਕੇ ਬਣ ਜਾਂਦੇ ਨੇ। ਪਾਰ ਬ੍ਰਹਮ ਕੋ ਸਿਮਰਨ ਕੀਜੈ। ਪਿਤਾ ਜੀ ਪਾਰ ਬ੍ਰਹਮ ਜੀ ਦਾ ਸਿਮਰਨ ਕਰਿਆ ਕਰੋ। ਹਉਮੈ ਕੋਰਾ ਤੇ ਤਜ ਦੀਜੈ। ਆਪਣੇ ਮਨ ਦੇ ਅੰਦਰੋਂ ਹੰਕਾਰ ਦਾ ਤਿਆਗ ਕਰ ਦੇਵੋ ਜੀ। ਨਾਮ ਵਿਖੈ ਨਿਜ ਬ੍ਰਿਤ ਟਿਕਾਵੋ। ਆਪਣੀ ਬਿਰਤੀ ਨਾਮ ਦੇ ਵਿੱਚ ਜੋੜਿਆ ਕਰੋ ਜੀ। ਅਪਰ ਸਰਬ ਸੰਕਲਪ ਹਟਾਵੋ। ਹੋਰ ਜਿਹੜੇ ਸਾਰੇ ਸੰਕਲਪ ਨੇ ਇਹਨਾਂ ਨੂੰ ਹਟਾ ਦਿਓ ਜੀ। ਇਸ ਪ੍ਰਕਾਰ ਮਨ ਜੀਤੋ ਜਾਏ। ਇਸ ਤਰੀਕੇ ਨਾਲ ਜਿਹੜਾ ਮਨ ਹੈ ਜਿੱਤਿਆ ਜਾ ਸਕਦਾ ਹੈ। ਸਰਬ ਦਿਗ ਵਿਜੈ ਤਬ ਤੂੰ ਪਾਏ। ਜੇ ਤੁਸੀਂ ਮਨ ਨੂੰ ਜਿੱਤ ਲਿਆ ਤਾਂ ਜਾਣਾਂਗੇ ਤੁਸੀਂ ਦਿਗ ਵਿਜੇ ਪਾ ਲਈ, ਭਾਵ ਸਾਰੀ ਦੁਨੀਆ ਜਿੱਤ ਲਈ। ਬਿਨ ਮਨ ਜੀਤੇ ਸੂਰ ਕਹਾਵੈ। ਸੋ ਬਿਨਾ ਮਨ ਜਿੱਤੇ ਹੀ ਸੂਰਮਾ ਕਹਾਈ ਜਾਂਦੇ ਹੋ ਆਪਣੇ ਆਪ ਨੂੰ। ਅਦਕ ਆਪ ਕੋ ਬਲੀ ਗਿਨਾਵੈ। ਆਪਣੇ ਆਪ ਨੂੰ ਐਵੇਂ ਬਲੀ ਗਿਣਾਈ ਜਾਂਦੇ, ਮੈਂ ਬੜਾ ਤਕੜਾ ਯੋਧਾ। ਕਾਹਦਾ ਯੋਧਾ ਜੇ ਮਨ ਨਹੀਂ ਜਿੱਤਿਆ। ਮਹਿਤ ਪੁਰਖ ਤਹਿ ਜਾਣੈ ਮੂਢਾ। ਤੋ ਇਸ ਕਰਕੇ ਵੱਡੇ ਲੋਕ ਜਿਹੜੇ ਤੈਨੂੰ ਮੂਰਖ ਹੀ ਸਮਝਦੇ ਨੇ। ਲਖੇ ਨਾ ਸਕਾਈ ਭੇਦ ਜੋ ਗੂੜਾ। ਜਿਹੜਾ ਗੂੜਾ ਭੇਦ ਆ ਉਹਨੂੰ ਤਾਂ ਤੁਸੀਂ ਜਾਣਦੇ ਨਹੀਂ। ਸੁਨੀ ਸਰੋਨ ਮਹਿ ਜਬ ਅਸਬਾਨੀ। ਜਦੋਂ ਕੰਨਾਂ ਦੇ ਵਿੱਚ ਇਹ ਗੱਲ ਸੁਣੇ, ਹਿਰਨ ਕਛਪਾ ਮਤ ਮੂਢ ਗੁਮਾਨੀ। ਇਹ ਹਰਨਾਕਸ਼ ਜਿਹੜਾ ਸੀ ਬਹੁਤਾ ਹੀ ਜ਼ਿਆਦਾ ਮੂਰਖ ਤੇ ਹੰਕਾਰੀ। ਔਰ ਮੈਂ ਪ੍ਰਗਟੇ ਰਸੈ ਬਹੁਤੇ। ਬਹੁਤ ਜ਼ਿਆਦਾ ਫਿਰ ਅੱਗ ਪ੍ਰਗਟ ਹੋ ਗਈ ਇਹਦੇ ਮਨ ਦੇ ਅੰਦਰ ਗੁੱਸੇ ਦੀ। ਅਗਨ ਬਰਤ ਜਾਣਾ ਪਾਏ ਅਹੂਤੇ। ਮਨ ਨੂੰ ਬਲਦੀ ਦੇ ਉੱਤੇ ਤੇਲ ਪੈ ਗਿਆ ਇਹਦੀਆਂ ਗੱਲਾਂ ਸੁਣ ਕੇ। ਕੰਪਤ ਦੇਹ ਲਾਲ ਅਤ ਨੈਣਾ। ਅੱਖਾਂ ਲਾਲ ਕਰ ਲੀਆਂ, ਗੁੱਸੇ ਨਾਲ ਕੰਬਣ ਲੱਗ ਪਿਆ ਉਸ ਵਕਤ। ਕਾਢਤ ਅਧਰਨਾ ਚਿਤ ਨਹਿ ਚੈਨਾ। ਬੁੱਲਾਂ ਨੂੰ ਦੰਦਾਂ ਨਾਲ ਟੁੱਕਣ ਲੱਗ ਪਿਆ, ਮਨ ਵਿੱਚ ਚੈਨ ਨਹੀਂ ਹੈ। ਨਖ ਸਿੱਖ ਧਾਰਨ ਭੇਖ ਬਨਾਵਾ। ਉਸ ਵਕਤ 9 ਜਿਹੜੇ ਸਨ ਤੇ ਸਿਰ ਦੇ ਵਾਲ ਖਿਲਾਰ ਕੇ ਬੜਾ ਭਿਆਨਕ ਜਿਹਾ ਰੂਪ ਬਣਾ ਲਿਆ। ਨਾਸਾ ਨਿਕਸ ਧੂਮ ਨਭ ਛਾਵਾ। ਨੱਕ ਚੋਂ ਮਨ ਨੂੰ ਧੂਆਂ ਨਿਕਲ ਕੇ ਅਸਮਾਨ ਤੱਕ ਚਲਿਆ ਗਿਆ। ਇੰਨਾ ਗੁੱਸਾ ਆ ਗਿਆ ਇਹਨੂੰ, ਕਿਉਂਕਿ ਤਪੱਸਵੀ ਬਹੁਤ ਜ਼ਿਆਦਾ ਸੀ। ਉੱਤੇ ਸਵਾਸਤ ਜੇ ਤਹਿ ਥਾਨਾ। ਉਸ ਥਾਂ ਦੇ ਉੱਤੇ ਜਿਹੜੇ ਦਰਬਾਰੀ ਸਨ ਇਹਦੇ ਡਰ ਕਰ ਧਰ ਕੇ ਕਛ ਨਾ ਬਖਾਨਾ। ਉਹ ਡਰ ਕਰਕੇ ਧੜਕ ਗਏ ਸਾਰੇ ਜਾਣੇ, ਕੁਛ ਵੀ ਨਹੀਂ ਬੋਲੇ ਅੱਗਿਓਂ। ਦੋਹਰਾ ਸਤਿਗੁਰ ਮਮ ਬੇਰੀ ਕਟਹੁ ਨਿਜ ਬੇਰੀ ਪ੍ਰਚਾਰ। ਇਸ ਬੇਰੀ ਹਵੈ ਭਵ ਸੁਫਲਾ ਬਿਨ ਬੇਰੀ ਕਰ ਪਾਰ। ਕਵੀ ਜੀ ਨੇ ਇੱਥੇ ਦੋਹਰਾ ਉਚਾਰਨ ਕੀਤਾ। 69ਵਾਂ ਪ੍ਰਸੰਗ ਪਰ ਆਰੰਭ ਕਰਦੇ ਸਤਿਗੁਰੂ ਦਾ ਮੰਗਲ। ਕਾਵ ਰਚਨਾ ਵਿੱਚ ਬੜੀ ਕਮਾਲ ਹੈ ਕਵੀ ਜੀ ਦੀ, ਕਿ ਜਿਹੜਾ ਬੇਰੀ ਅੱਖਰ ਹੈ ਇਹਨੂੰ ਵਰਤਿਆ ਕਵੀ ਜੀ ਨੇ 2, 3 ਤੇ 4 ਵਾਰੀ। ਸਤਿਗੁਰ ਮਮ ਬੇਰੀ ਕਟੋ ਨਿਜ ਬੇਰੀ ਪ੍ਰਚਾਰ। ਇਸ ਬੇਰੀ ਹਵੈ ਭਵ ਸੁਫਲ ਬਿਨ ਬੇਰੀ ਕਰ ਪਾਰ।
ਬੇਰੀ ਦੇ ਅਰਥ ਕਿੰਨੇ ਬਣੇ? ਸਤਿਗੁਰੂ ਜੀ ਮਮ ਮੇਰੀ ਜਿਹੜੀ ਬੇੜੀ ਆ ਬੰਧਨਾਂ ਦੀ, ਕਿਰਪਾ ਕਰਕੇ ਕੈਦ ਕੱਟ ਦਿਓ। ਫਿਰ ਨਿਜ ਬੇਰੀ ਪਰ ਚਾੜ, ਆਪਣੇ ਜਿਹੜੀ ਤੁਹਾਡੀ ਕਿਰਪਾ ਰੂਪੀ ਨੌਕਾ ਬੇੜੀ ਹੈ ਇਹਦੇ ਤੇ ਚੜਾ ਕੇ, ਇਸ ਬੇਰੀ ਹਵੈ ਭਵ ਸੁਫਲ। ਸੋ ਇਹਦੇ ਉੱਤੇ ਤੁਹਾਡੀ ਜਿਹੜੀ ਨੌਕਾ ਕਿਰਪਾ ਰੂਪੀ ਇਹਦੇ ਉੱਤੇ ਚੜ ਕੇ ਮੇਰਾ ਜਨਮ ਸਫਲਾ ਹੋਏਗਾ। ਬਿਨ ਬੇਰੀ ਕਰ ਪਾਰ, ਬੇਰੀ ਨਾਮ ਦੇਰੀ ਦਾ ਵੀ ਹੁੰਦਾ, ਬਿਨਾਂ ਕਿਸੇ ਦੇਰ ਤੋਂ ਮੈਨੂੰ ਦੁਨੀਆ ਤੋਂ ਪਾਰ ਕਰ ਦਿਓ ਜੀ। ਚੌਪਈ ਸ੍ਰੀ ਗੁਰੂ ਅੰਗਦ ਜੀ ਇਹ ਕਥਾ। ਭਾਈ ਬਾਲਾ ਜੀ ਕਹਿ ਰਹੇ ਨੇ, ਇਹ ਗੁਰੂ ਅੰਗਦ ਦੇਵ ਜੀ ਜਿਹੜੀ ਇਹ ਕਥਾ ਹੈ, ਜਥਾ ਪ੍ਰਹਿਲਾਦ ਭਨੀ ਸੁਨ ਤਥਾ। ਜਿਵੇਂ ਪ੍ਰਹਿਲਾਦ ਜੀ ਨੇ ਸਾਨੂੰ ਸੁਣਾਈ ਉਸੇ ਤਰ੍ਹਾਂ ਤੁਸੀਂ ਸੁਣ ਲਓ ਜੀ ਮਹਾਰਾਜ। ਹਿਰਨ ਕਛਪ ਸੁਨ ਵਿਸ਼ਨ ਉਪਾਸਨ। ਤੋ ਹਿਰਨ ਕਸ਼ਮ ਜਿਹੜਾ ਸੀਗਾ ਉਸ ਵਕਤ ਸੁਣ ਕੇ ਵਿਸ਼ਨੂੰ ਦੀ ਉਪਾਸਨਾ ਤਾਈ ਭਇਓ ਕ੍ਰੋਧ ਮੈਂ ਮਨਹੁ ਹੁਤਾਸਨ। ਕ੍ਰੋਧ ਦੇ ਵਿੱਚ ਮਨ ਨੂੰ ਬਹੁਤ ਜ਼ਿਆਦਾ ਜਿਵੇਂ ਹੁੰਦਾ ਹੁਤਾਸਨ ਹੁੰਦੀ, ਅੱਗ ਬਲ ਗਈ ਅੰਦਰ, ਇਹਦੇ ਅੱਗ ਲੱਗ ਗਈ ਇਹਨੂੰ। ਮਾਰਨ ਚਹਿਸਾ ਮੰਦ ਮਤ ਮਾਨੀ। ਉਸ ਵਕਤ ਇਹਨੇ ਸੋਚਿਆ ਕਿ ਮੈਂ ਪ੍ਰਹਿਲਾਦ ਨੂੰ ਮਾਰ ਦਿਆਂ, ਖੋਟੀ ਬੁੱਧੀ ਵਾਲਾ ਕਹਿਣ ਲੱਗਿਆ ਪ੍ਰਹਿਲਾਦ ਨੂੰ ਮੈਂ ਮਾਰ ਹੀ ਦਿੰਦਾ। ਮੁਖਤੇ ਬੋਲਿਆ ਵਿਖ ਵਤ ਬਾਨੀ। ਆਪਣੇ ਮੂੰਹ ਵਿੱਚੋਂ ਜ਼ਹਿਰ ਵਰਗੀ ਕੌੜੀਆਂ ਗੱਲਾਂ ਬੋਲਿਆ। ਰੇ ਸਠ ਬਾਲਕਾ ਮੋਹ ਬਿਨ ਈਸਾ। ਉਹ ਮੂਰਖ ਬੱਚੇ, ਮੇਰੇ ਤੋਂ ਬਿਨਾ ਹੈ ਨਾ ਜੋ ਈਸ਼ਵਰ ਪ੍ਰਮਾਤਮਾ, ਕਹੋ ਕਹਾ ਨਿਤ ਕਾਟੋ ਸੀਸਾ। ਦੱਸ ਤੇਰਾ ਰੱਬ ਕਿੱਥੇ ਆ? ਨਹੀਂ ਤੇਰਾ ਗਲ ਵੜ ਦਿਆਂਗਾ ਹੁਣੇ ਹੀ। ਕਿਹੜਾ ਰੱਬ ਕਹਿਣਾ ਤੂੰ? ਰੱਬ ਤਾਂ ਮੈਂ ਆਪ ਹੀ ਆ, ਹੋਰ ਕੋਈ ਰੱਬ ਨਹੀਂ ਹੈ। ਅਸ ਕਹਿ ਮਾਇਆ ਨਹਿ ਤੇ ਸੋ ਮਹਾਨਾ। ਸੋ ਇਸ ਤਰੀਕੇ ਨਾਲ ਅਸ ਕਹਿ ਮਿਆਨ ਹੈ ਤੇ ਸੋ ਮਹਾਨਾ, ਇਉਂ ਕਹਿ ਕੇ ਆਪਣੇ ਮਿਆਨ ਦੇ ਵਿੱਚ ਬੜੀ ਵੱਡੀ ਖੈਚ ਖੜਗ ਕਰ ਮਹਿ ਚਮਕਾਨਾ। ਆਪਣੇ ਉਸ ਵਕਤ ਹੱਥ ਦੇ ਵਿੱਚ ਤਲਵਾਰ ਚਮਕਾਈ। ਰੋ ਰਖਵਾਰੋ ਦੇਹੋ ਬਤਾਏ। ਕੋ ਰਖਵਾਰੋ, ਕਹਿੰਦੇ ਕਿਹੜਾ ਰਖਵਾਲਾ ਤੇਰਾ ਉਹ ਦੱਸ ਮੈਨੂੰ ਹੁਣ। ਅਬ ਜਮ ਧਾਮੈ ਦਿਉ ਪਠਾਏ। ਹੁਣੇ ਤੈਨੂੰ ਮੈਂ ਜਮ ਧਾਮ ਨੂੰ ਭੇਜਦਾ ਮਾਰ ਕੇ। ਸੁਨ ਕਰ ਮੈਂ ਤਬ ਗਿਰਾ ਅਲਾਏ। ਸੁਣ ਕੇ ਮੈਂ ਉਸ ਵਕਤ ਬੇਨਤੀ ਕੀਤੀ ਜੀ। ਭਰਪੂਰਨ ਹੈ ਸਭਨੀ ਥਾਈ। ਮੇਰਾ ਵਾਹਿਗੁਰੂ ਪਰਮੇਸ਼ਰ ਰਾਮ ਜਿਹੜਾ ਸਰਬ ਵਿਆਪਕ ਹੈ, ਉਹ ਹਰੀ ਮੇਰਾ ਪੂਰਨ ਹੈ, ਉਹਨੂੰ ਕਿਤੋਂ ਆਉਣਾ ਨਹੀਂ ਪੈਂਦਾ। ਤੇ ਬਿਹੀਨਾ ਕੋ ਥਾਨ ਨਾ ਊਨਾ। ਉਹਦੇ ਤੋਂ ਬਿਨਾ ਕੋਈ ਥਾਂ ਖਾਲੀ ਹੈ ਹੀ ਨਹੀਂ, ਉਹ ਤਾਂ ਹਰੇਕ ਥਾਂ ਤੇ ਹੀ ਆ। ਜੜ ਜੰਗਮ ਮੈਂ ਪਿੰਖੋ ਨਾ ਸੁਨਾ। ਜੜ ਜੰਗਮ ਜਿੱਥੇ ਵੀ ਹੈ, ਕੋਈ ਪੱਥਰ ਹੈ, ਦਰਖਤ ਹੈ, ਪਸ਼ੂ ਪੰਛੀ, ਹਰੇਕ ਵਿੱਚ ਪ੍ਰਮਾਤਮਾ, ਕੋਈ ਥਾਂ ਖਾਲੀ ਨਹੀਂ ਹੈ। ਕਹਿਤ ਜੇ ਹੈ ਜੜ ਜੰਗਮ ਮਾਹੀ। ਕਹਿਣ ਲੱਗਿਆ ਜੇ ਜੜ ਤੇ ਜੰਗਮ ਦੇ ਵਿੱਚ ਉਹ ਹੈ। ਇਹ ਸਥੰਭਾ ਮਹਿ ਦੀ ਸਤ ਨਾਹੀ। ਫਿਰ ਆ ਥੰਮ ਦੇ ਵਿੱਚ ਰੱਬ ਕਿਉਂ ਨਹੀਂ ਦੀਂਦਾ? ਦਿਖਾ ਫਿਰ ਕਿੱਥੇ ਆ ਰੱਬ ਤੇਰਾ, ਫਿਰ ਥੰਮਲੇ ਵਿੱਚ ਦਿਖਾ ਮੈਨੂੰ ਕਿੱਥੇ। ਵਿਰਥਾ ਭਗਤ ਬਾਲਕ ਮਤ ਮੰਦੇ। ਉਹ ਖੋਟੀ ਬੁੱਧੀ ਵਾਲੇ ਨਿਆਣੇ, ਤੂੰ ਬਹੁਤ ਗਲਤ ਗੱਲਾਂ ਕਰ ਰਿਹਾ ਮੇਰੇ ਸਾਹਮਣੇ। ਅਬ ਹੈ ਕਰੋ ਤਬ ਸੇਸਨ ਕੰਦੇ। ਮੈਂ ਤੇਰਾ ਸਿਰ ਹੁਣੇ ਵੜ ਕੇ ਰੱਖ ਦੇਣਾ ਨਾਲੋਂ ਤੇਰੇ। ਮੈਂ ਨਿਸ਼ਚੈ ਤਰ ਹਿਰਦੇ ਵਿਸੇਖੋ। ਮੈਂ ਤਾਂ ਆਪਣੇ ਮਨ ਦੇ ਅੰਦਰ ਬਹੁਤ ਜ਼ਿਆਦਾ ਪ੍ਰਮਾਤਮਾ ਤੇ ਨਿਸ਼ਚਾ ਕੀਤਾ ਹੋਇਆ ਸੀ। ਕਹਿਓ ਥੰਬਾ ਦਿਸ ਭਲ ਵਿਦ ਦੇਖੋ। ਆਓ ਦੇਖ ਥੰਬ ਵੱਲ ਧਿਆਨ ਨਾਲ ਦੇਖ ਹੁਣ ਤੂੰ। ਇਹ ਬਿਸਨ ਤਹਿ ਮਹਿ ਲਖ ਸਾਚੋ। ਪਰਮਾਤਮਾ ਤਾਂ ਮੈਨੂੰ ਥੰਮਲੇ ਵਿੱਚ ਵੀ ਦਿਖੀ ਜਾਂਦਾ। ਪਰਮਾਤਮਾ ਤੋਂ ਬਿਨਾਂ ਤਾਂ ਕੋਈ ਥਾਂ ਹੈ ਹੀ ਨਹੀਂ। ਪਰਮਾਤਮਾ ਤਾਂ ਸਾਰੀਆਂ ਜਗ੍ਹਾ ਦੇ ਉੱਤੇ, ਪੱਥਰਾਂ ਵਿੱਚ ਵੀ ਹੈ, ਦਰਖਤਾਂ ਵਿੱਚ ਵੀ ਹੈ। ਕਿਹੜੀ ਥਾਂ ਹੈ? ਜਦੋਂ ਨਜ਼ਰ ਆਉਣ ਲੱਗਦਾ ਤਾਂ ਸਾਰੀਆਂ ਥਾਵਾਂ ਤੇ ਵਿਆਪਕ ਹੀ ਦਿਖਦਾ ਹੈ। ਤੋਹੇ ਨਾ ਦੇਸ ਮਤ ਕੇ ਕਾਚੋ। ਤੁਸੀਂ ਕਿਉਂਕਿ ਮਤ ਦੇ ਕੱਚੇ ਹੋ ਨਾ, ਇਸ ਕਰਕੇ ਤੁਹਾਨੂੰ ਨਹੀਂ ਦਿਖਣਾ ਉਹ। ਅਸ ਸੁਨ ਕੋਪ ਥੰਬ ਦਿਸ ਦੇਖਾ। ਕਿਉਂ ਗੁੱਸੇ ਚ ਆ ਕੇ ਥੰਮਲੇ ਵੱਲ ਦੇਖਿਆ। ਖੜਗ ਮੁਸ਼ਟ ਹਨ ਜੋਰ ਵਿਸੇਖਾ। ਉਸ ਵਕਤ ਆਪਣੀ ਤਲਵਾਰ ਦਾ ਜਿਹੜਾ ਮੁੱਠਾ ਸੀ ਜ਼ੋਰ ਨਾਲ ਥੰਮ ਦੇ ਵਿੱਚ ਮਾਰਿਆ। ਭਇਓ ਸ਼ਬਦ ਦਾਰਨ ਅਤ ਘੋਰਾ। ਬਹੁਤ ਭਿਆਨਕ ਉਸ ਵਕਤ ਫਿਰ ਜਿਹੜਾ ਸੀ ਨਾ, ਉਥੋਂ ਆਵਾਜ਼ ਆਈ। ਜਨ ਬ੍ਰਹਮੰਡ ਦੀਨ ਕਿਨ ਢੋਰਾ। ਹੋਰਾ ਮਾਨੋ, ਕਹਿੰਦੇ ਮਾਨੋ ਬ੍ਰਹਮੰਡ ਹੀ ਕਿਸੇ ਨੇ ਪਾੜ ਦਿੱਤਾ ਹੋਵੇ, ਇੰਨੀ ਜ਼ਬਰਦਸਤ ਗਰਜਣਾ ਹੋਈ। ਸੁਨੋ ਵਿਦਾਤੇ ਆਪਣੋ ਲੋਕਾ। ਸੋ ਬ੍ਰਹਮਾ ਨੇ ਵੀ ਆਪਣੇ ਲੋਕ ਤੱਕ ਇਹ ਖੜਕਾ ਆਵਾਜ਼ ਜਿਹੜੀ ਸੁਣਨਾ ਕੀਤੀ।
ਪਰਲੈ ਕਾਲ ਲਖ ਸਭ ਕੋ ਸੋਕਾ। ਮਾਨੋ ਕਹਿੰਦੇ ਜਾਣ ਕੇ ਅਫਸੋਸ ਹੋਇਆ ਸਾਰਿਆਂ ਨੂੰ, ਪਤਾ ਨਹੀਂ ਭੁਚਾਲ ਹੀ ਆ ਗਿਆ ਬੜਾ ਜ਼ਬਰਦਸਤ, ਐਨ ਪਰਲੋਂ ਆਉਣ ਵਾਲੀ ਹੋ ਗਈ ਉਦੋਂ। ਬਦਰ ਭਏ ਜੇ ਸਭਾ ਮਝਾਰੇ। ਸੋ ਜਿਹੜੇ ਸਭਾ ਦੇ ਵਿੱਚ ਸੀ ਸਾਰੇ ਬੋਲੇ ਹੋ ਗਏ, ਇੰਨੀ ਆਵਾਜ਼ ਆਈ ਉਸ ਵਕਤ। ਗਿਰੇ ਕਿਤਕ ਤਹੈ ਖਾਏ ਪਵਾਰੇ। ਕਿੰਨੇ ਕੁ ਜਾਣੇ ਤਾਂ ਲੋਟ ਪੋਟੀਆਂ ਖਾ ਕੇ ਉੱਥੇ ਹੀ ਡਿੱਗ ਪਏ, ਬੰਦੇ ਬੇਹੋਸ਼ ਹੀ ਕਰ ਦਿੱਤੇ। ਸਭ ਦੈਤਨ ਕੇ ਸੁਧ ਤਵ ਨਾਸੇ। ਸਾਰਿਆਂ ਦੈਤਾਂ ਦੀ ਸ਼ੁੱਧ ਜਿਹੜੀ ਸੀ ਖਤਮ ਹੀ ਹੋ ਗਈ। ਚਾਰੋ ਦਿਸ ਮੈਂ ਧੁਨ ਸੋ ਪ੍ਰਕਾਸੀ। ਚਾਰੇ ਪਾਸਿਓਂ ਆਵਾਜ਼ ਪ੍ਰਕਾਸ਼ਮਾਨ ਹੋਈ। ਸੁਨ ਦਨ ਜੇ ਸਚ ਕਰ ਚਿਤ ਮਾਹੀ। ਸੁਣ ਕਰਕੇ ਜਿਹੜਾ ਹਰਨਾਕਸ਼ ਸੀਗਾ ਉਸ ਵਕਤ ਦੈਂਤਾਂ ਦਾ ਰਾਜਾ ਹੈਰਾਨ ਹੋ ਗਿਆ। ਲੋਚਨ ਗੋਚਰ ਪਿਖ ਜਤ ਨਾਹੀ। ਅੱਖਾਂ ਅੱਗੇ ਤਾਂ ਕੁਝ ਨਹੀਂ ਦਿਖਦਾ, ਪਰ ਆਵਾਜ਼ ਬੜੀ ਜ਼ਬਰਦਸਤ ਆਈ ਹੈ। ਭਇਓ ਉਦਿਤ ਮਾਰਨ ਕਰਵਾਰਾ। ਜਦੋਂ ਉਸ ਵਕਤ ਇਹਨੇ ਤਿਆਰ ਹੋਇਆ ਤਲਵਾਰ ਮਾਰਨ ਨੂੰ, ਤਾਹਾਂ ਚੱਕੀ। ਤਬ ਨਰ ਹਰ ਨਿਜ ਰੂਪ ਦਿਖਾਰਾ। ਉਦੋਂ ਫਿਰ ਨਰਸਿੰਘ ਜੀ ਨੇ ਆਪਣਾ ਰੂਪ ਪ੍ਰਗਟ ਕਰ ਲਿਆ। ਬੜਾ ਭਿਆਨਕ ਰੂਪ ਸੀ ਉਸ ਵਕਤ, ਉਹ ਰੂਪ ਤਾਂ ਆਪਾਂ ਕੋਈ ਦੇਖ ਹੀ ਨਹੀਂ ਸਕਦੇ। ਪਰਮੇਸ਼ਰ ਨੇ ਐਸਾ ਰੂਪ ਬਣਾਇਆ, ਫਿਰ ਜਦੋਂ ਵੀਰ ਰਸ ਵਿੱਚ ਆਉਂਦੇ ਨੇ ਨਾ, ਫੇਰ ਨਹੀਂ ਰੋਕਿਆ ਜਾ ਸਕਦਾ। ਫੇਰ ਜਿਹੜਾ ਭੁਚਾਲ ਹੁੰਦਾ ਧਰਤੀ ਤੇ 12 ਤੇ 14 ਤੱਕ ਚਲਿਆ ਜਾਂਦਾ। ਉਹ ਪਹਾੜ ਪੂੜ ਜੇ ਸਾਰੇ ਰੁੜ ਜਾਂਦੇ ਨੇ, ਕਿਤ ਨਹੀਂ ਗਰਜਣਾ ਹੋਈ ਫਿਰ ਧਰਤੀ ਸਾਰੀ ਦੇ ਉੱਤੇ। ਨੈ ਮਨੁੱਖਾ ਨਹਿ ਸਿੰਘ ਬਣਾਉ। ਨਾ ਤਾਂ ਉਹ ਮਨੁੱਖ ਸੀ, ਨਾ ਉਹ ਮਨੁੱਖ, ਨਾ ਸ਼ੇਰ ਦੀ ਬਣਾਵਟ ਇਹੀ ਜੀ ਸੂਰਤ ਬਣਾ ਕੇ ਪ੍ਰਗਟ ਹੋ ਗਿਆ। ਪ੍ਰਗਟਿਓ ਵੱਡਾ ਪ੍ਰਤਾਪ ਪ੍ਰਭਾਉ। ਬਹੁਤ ਵੱਡਾ ਪ੍ਰਤਾਪ ਤੇ ਪ੍ਰਭਾਵ ਸੀ ਉਸ ਵਕਤ। ਪ੍ਰਮਾਤਮਾ ਜਿਹਾ ਜਿਹਾ ਮੌਕੇ ਤੇ ਸਰੂਪ ਧਾਰਨ ਕਰ ਲੈਣ, ਉਹਨਾਂ ਦੀ ਮਰਜ਼ੀ ਹੁੰਦੀ ਆ। ਜਿੰਨਾ ਕੁ ਵੱਡਾ ਕੰਮ ਹੁੰਦਾ ਉਹਨਾਂ ਕੁ ਵੱਡਾ ਰੂਪ ਧਾਰਨ ਕਰ ਸਕਦੇ ਨੇ। ਸੰਭ ਪਾੜ ਨਿਕਸੇ ਜਗਰਾਏ। ਜਗਤ ਦੇ ਮਾਲਕ ਥੰਮ ਨੂੰ ਪਾੜ ਕੇ ਨਿਕਲਿਆ ਏ ਬਾਹਰ। ਅਦਭੁਤ ਧਾਰਨ ਵੇਖ ਬਨਾਏ। ਬਹੁਤ ਅਦਭੁਤ ਹੈਰਾਨੀ ਜਨਕ ਭਿਆਨਕ ਭੇਖ ਬਣਾਇਆ ਹੋਇਆ ਸੀ। ਦੈਤ ਰਾਜ ਅਵਲੋਕ ਵਿਚਾਰਾ। ਦੈਤ ਰਾਜ ਨੇ ਦੇਖ ਕੇ ਵਿਚਾਰਿਆ ਰਾਜੇ ਨੇ, ਕੋ ਇਹ ਲਖਿਓ ਨਾ ਜਾਏ ਅਕਾਰਾ। ਇਹ ਕੌਣ ਹੈ, ਇਹ ਕੌਣ ਹੈ, ਮੇਰੇ ਕੋਲੋਂ ਜਾਣਿਆ ਨਹੀਂ ਜਾਂਦਾ। ਇਸ ਪ੍ਰਕਾਰ ਮਨ ਦੇ ਅੰਦਰ ਘਬਰਾਹਟ ਪੈਦਾ ਹੋ ਗਈ। ਕੰਪ ਮਾਨ ਤਨ ਭੈ ਵਡ ਧਾਰੇ। ਬੜਾ ਕੰਬਣ ਲੱਗ ਪਿਆ, ਬੜਾ ਭੈ ਧਾਰ ਲਿਆ, ਕਿਉਂਕਿ ਹੁਣ ਜਿਹੜਾ ਰੂਪ ਧਾਰਿਆ ਸੀ ਪਰਮੇਸ਼ਰ ਨੇ, ਉਹ ਸੀ ਹਰਨਾਕਸ਼ ਨਾਲੋਂ ਦੁੱਗਣਾ ਤਿੱਗਣਾ ਉੱਚਾ ਲੰਬਾ ਰੂਪ, ਐਡਾ ਵੱਡਾ। ਉਹਦੇ ਮੂਹਰੇ ਤਾਂ ਕੁਝ ਵੀ ਨਹੀਂ ਸੀ ਲੱਗਦਾ ਹਰਨਾਕਸ਼। ਸੋ ਇਸ ਕਰਕੇ ਇੰਨਾ ਭਿਆਨਕ ਰੂਪ ਬਣਾਇਆ। ਅੱਧਾ ਬੰਦੇ ਦਾ ਆਕਾਰ, ਅੱਧਾ ਸ਼ੇਰ ਦਾ ਆਕਾਰ, ਵੱਡੇ ਵੱਡੇ ਤਲਵਾਰਾਂ ਕੇ ਨਹੁੰ ਜਦੋਂ ਕੱਢ ਕੇ ਸਾਹਮਣੇ ਲਿਆਂਦੇ, ਭਿਆਨਕ ਲਾਲ ਅੱਖਾਂ। ਨਿਸ਼ਚੈ ਕਰ ਨਾ ਸਕੈ ਸੁਧ ਹਾਰੇ। ਨਿਸ਼ਚੈ ਨਹੀਂ ਕਰ ਸਕਦਾ, ਉਦੋਂ ਮਤ ਬੁੱਧ ਸਾਰੀ ਫਿਰ ਹਾਰ ਗਈ ਇਹਦੀ। ਤਬ ਲਉ ਸ੍ਰੀ ਨਰ ਸਿੰਘ ਵਿਸਾਲਾ। ਉਸ ਵਕਤ ਨਰਸਿੰਘ ਜੀ ਨੇ ਜਿਹੜਾ ਰੂਪ ਧਾਰਿਆ ਵੱਡਾ, ਗਰਜ ਉਠੇ ਕਰ ਸ਼ਬਦ ਕਰਾਲਾ। ਬੜਾ ਭਿਆਨਕ ਆਵਾਜ਼ ਵਿੱਚ ਨਰਸਿੰਘ ਜੀ ਗਰਜ ਉੱਠੇ ਉਸ ਵਕਤ। ਇਤਨੀ ਭਾਰੀ ਗਰਜਣਾ ਹੋਈ, ਉਹ ਸਾਰੇ ਅਸਮਾਨ ਨੂੰ ਹਿਲਾ ਕੇ ਰੱਖ ਦਿੱਤਾ। ਸਾਰੀ ਧਰਤੀ ਕਿਆ ਬ੍ਰਹਿਮੰਡ ਖੜਕਾ ਦਿੰਦੇ ਨੇ। ਜਦੋਂ ਕਦੇ ਐਸਾ ਸਮਾਂ ਸ੍ਰਿਸ਼ਟੀ ਤੇ ਆਉਂਦਾ, ਆਪਾਂ ਤਾਂ ਕੁਛ ਵੀ ਨਹੀਂ, ਕੀੜੀਆਂ ਵਾਂਗੂ ਉੱਡ ਜਾਣਾ ਆਪਾਂ ਤਾਂ। ਜੇ ਕਿਤੇ ਐਸਾ ਰੂਪ ਫੇਰ ਧਾਰ ਲਿਆ, ਲੱਭਦਾ ਹੀ ਨਹੀਂ ਕੋਈ ਕਿੱਧਰ ਨੂੰ ਚਲਿਆ ਗਿਆ। ਸਾਰੀਆਂ ਗੱਲਾਂ ਹੀ ਹੁੰਦੀਆਂ, ਸਭ ਬੁੱਧੀਆਂ ਠੀਕ ਹੋ ਜਾਂਦੀਆਂ ਉਦੋਂ ਬੰਦਿਆਂ ਦੀਆਂ। ਆਹ ਹਰਨਾਕਸ਼ ਐਂ ਹੀ ਸੀਗਾ, ਨਾਸਤਕ ਜਿਹਾ ਹੋਰ ਹੀ ਪ੍ਰਕਾਰ ਦਾ, ਜਿਵੇਂ ਅੱਜ ਕੱਲ੍ਹ ਦੁਨੀਆ ਹੋਈ ਵੀ ਆ। ਪਰਮੇਸ਼ਰ ਹੱਸੀ ਜਾਂਦੇ ਨੇ ਦੇਖ ਦੇਖ ਕੇ, ਕੋਈ ਨਹੀਂ ਕੋਈ ਗੱਲ ਨਹੀਂ। 100 ਮੌਕਾ ਦੇਣਾ ਉਹਨਾਂ ਨੇ, 1000 ਮੌਕਾ ਦੇਣਾ ਉਹਨਾਂ ਨੇ, ਕੋਈ ਨਹੀਂ ਕਰਦੇ ਆ। ਫਿਰ ਜਿੱਦਣ ਕਿਤੇ ਆ ਗਿਆ ਗੇੜੇ 'ਚ ਕੰਮ, ਫਿਰ ਪ੍ਰਗਟ ਕਰ ਲੈਣਾ। ਉਹ ਕਿਹੜਾ ਲੁਕੋਇਆ ਹੋਇਆ ਰੂਪ ਉਹਨਾਂ ਨੇ। ਫਿਰ ਕੀ ਪਤਾ ਕਿਹਾ ਜਿਹਾ ਰੂਪ ਹੁਣ ਪ੍ਰਗਟ ਕਰਨਗੇ, ਇਹ ਤਾਂ ਉਹਨਾਂ ਨੂੰ ਹੀ ਪਤਾ। ਲੋਕ ਪ੍ਰਮਾਤਮਾ ਨੂੰ ਮਖੌਲ ਹੀ ਕਰੀ ਜਾਂਦੇ ਨੇ, ਬਾਣੀ ਨੂੰ ਮਖੌਲ ਕਰਦੇ, ਗੁਰੂਆਂ ਨੂੰ ਮਖੌਲ ਕਰਦੇ, ਸੰਤਾਂ ਮਹਾਤਮਾ ਨੂੰ, ਬਾਣੀ ਨੂੰ, ਭਗਤਾਂ ਨੂੰ, ਸੰਗਤਾਂ ਨੂੰ। ਬਹੁਤ ਠੰਡਾ ਹੈ ਪ੍ਰਮਾਤਮਾ। ਨਾਰਥ ਪੋਲ ਤੇ ਜਿੰਨੀ ਬਰਫ਼ ਜੰਮੀ ਕਿੰਨੀ ਠੰਡੀ, ਪਰ ਕਹਿੰਦੇ ਜਿੱਦਣ ਪਿੰਗਲ ਪੀ ਲੱਭਣਾ ਹੀ ਨਹੀਂ ਕਿਸੇ ਨੇ। ਏਦਾਂ ਹੀ ਹੋਣਾ। ਫਿਰ ਪਰਮਾਤਮਾ ਤੋਂ ਹਮੇਸ਼ਾ ਡਰ ਕੇ ਰਹੀਏ। ਇਹ ਵਾਹਿਗੁਰੂ ਸਾਡੇ ਸਦਾ ਹੀ ਮਿਹਰ ਰੱਖੋ, ਸਦਾ ਹੀ ਆਪਣੀ ਕਿਰਪਾ ਰੱਖੋ ਜੀ ਭਗਤਾਂ ਉੱਤੇ। ਭਗਤਾਂ ਦੇ ਸਿਰ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖੋ ਜੀ। ਕਿਉਂ ਪ੍ਰਮਾਤਮਾ ਅੱਗੇ ਬੇਨਤੀਆਂ ਕਰਦੇ ਹੀ ਰਹੀਏ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ